सोरठ महला नौवां। मन रे प्रभ की शरण विचारो, मन रे प्रभ की शरण विचारो। हम मैले तुम उजल करते, हम निर्गुण तू दाता। हम मूर्ख तुम चतुर सयाने, तू सर्व कला का ज्ञाता। हम ऐसे तू ऐसा माधो, हम ऐसे तू ऐसा। हम पापी तुम पाप खंडन, निको ठाकुर देसा। हम पापी तुम पाप खंडन, निको ठाकुर देसा। ਅੱਜ 31 ਅਕਤੂਬਰ ਦਿਨ ਸ਼ਨੀਚਰਵਾਰ 2020 ਪਰਮ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਬਠਿੰਡੇ ਵਾਲਿਆਂ ਦੇ ਜਨਮ ਦਿਨ ਦੀ ਪੂਰਵ ਸੰਧਿਆ ਹੈ। ਸੋ ਦਰਬਾਰ ਵਿੱਚ ਪਹੁੰਚੀਆਂ ਸਭ ਸੰਗਤਾਂ ਬਹੁਤ ਹੀ ਵਧਾਈ ਦੀਆਂ ਪਾਤਰ ਹਨ, ਜਿਹੜੀਆਂ ਸੰਤਾਂ ਦੇ ਜਨਮ ਦਿਨ 'ਤੇ ਹਾਜ਼ਰ ਹੋਈਆਂ ਹਨ। ਸੋ ਸੰਤਾਂ ਦਾ ਜੋ ਜਨਮ ਦਿਨ ਹੈ ਉਹ ਸਾਡੇ ਜੀਵਨ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ, ਬਹੁਤ ਹੀ ਮਹੱਤਤਾ ਰੱਖਦਾ ਹੈ। ਉਹਨਾਂ ਦੇ ਜੀਵਨ ਦੇ ਵਿੱਚੋਂ ਜੋ ਸਿੱਖਿਆ ਲੈਣੀ ਹੈ, ਉਹਨਾਂ ਦੇ ਜਨਮ ਦਿਨ 'ਤੇ ਜੋ ਯਾਦਾਂ ਸਾਡੇ ਨਾਲ ਜੁੜੀਆਂ ਹਨ ਉਹ ਸਾਰੀਆਂ ਯਾਦ ਆਉਂਦੀਆਂ ਹਨ ਅਤੇ ਆਪਣੇ ਜੀਵਨ ਦੇ ਅੰਦਰ ਅਸੀਂ ਅਪਣਾਉਣ ਦੀ ਕੋਸ਼ਿਸ਼ ਵੀ ਕਰਾਂਗੇ, ਕਰਦੇ ਵੀ ਹਾਂ। ਸੋ ਇਹ ਰਹਿਮਤ ਉਹਨਾਂ ਦੀ ਹੋਣੀ ਚਾਹੀਦੀ ਹੈ। ਅਸੀਂ ਤਾਂ ਕੀ ਕੋਸ਼ਿਸ਼ ਕਰਨੀ ਹੈ, ਕੀ ਅਪਣਾ ਲੈਣਾ ਹੈ। ਇਹ ਸੰਤਾਂ ਦੀ ਦਇਆ ਮਿਹਰ ਹੀ ਹੈ ਕਿ ਸਾਡੇ ਅੰਦਰ ਇੱਕ ਚਿੰਗਾਰੀ ਰੱਖ ਦੇਣ ਅਤੇ ਸਾਡੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇ। ਸੋ ਅਸੀਂ ਰਹਿਮਤ ਮੰਗਦੇ ਹਾਂ, ਦਇਆ ਮੰਗਦੇ ਹਾਂ ਇਹਨਾਂ ਸੰਤਾਂ ਤੋਂ, ਇਹਨਾਂ ਮਹਾਤਮਾਵਾਂ ਤੋਂ, ਜਿਨ੍ਹਾਂ ਨੇ ਆਪਣਾ ਜੀਵਨ ਸਾਧ ਸੰਗਤ ਦੇ ਲੇਖੇ ਲਾ ਦਿੱਤਾ ਹੈ। ਸੋ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਬਠਿੰਡੇ ਵਾਲੇ ਸੰਤਾਂ ਨੇ, ਪਰਮ ਸੰਤ ਬਾਬਾ ਬੂਟਾ ਸਿੰਘ ਜੀ ਮਹਾਰਾਜ, ਉਹਨਾਂ ਨੇ ਇਹਨਾਂ ਦਾ ਨਾਂ ਬਠਿੰਡੇ ਵਾਲੇ ਕਰਕੇ ਹੀ ਰੱਖਿਆ ਹੋਇਆ ਸੀ। ਚਾਹੇ ਸ਼ਹਿਰ ਕੋਈ ਵੀ ਹੋਵੇ, ਕਿਤੋਂ ਦੇ ਵੀ ਜੰਮਪਲ ਹੋਣ, ਲੇਕਿਨ ਉਹਨਾਂ ਨੂੰ ਬਠਿੰਡਾ ਸ਼ਬਦ ਹੀ ਬੜਾ ਵਧੀਆ ਲੱਗਦਾ ਸੀ। ਇਸ ਕਰਕੇ ਉਹ ਅਕਸਰ ਕਿਹਾ ਕਰਦੇ ਸਨ ਜਦ ਜਾਣਾ ਇਹਨਾਂ ਨੇ ਕਿ ਵੀ ਮੇਰੇ ਬਠਿੰਡੇ ਵਾਲੀਆਂ ਸੰਗਤਾਂ ਪਹੁੰਚ ਗਈਆਂ। ਸੋ ਅੱਜ ਵੀ ਉਹਨਾਂ ਨੂੰ ਸੰਤ ਬਠਿੰਡੇ ਵਾਲੇ ਹੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪਾਂ ਉਹਨਾਂ ਦੀ ਪੂਰਵ ਸੰਧਿਆ 'ਤੇ ਇਕੱਠੇ ਹੋਏ ਹਾਂ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਕੋਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿ ਸਾਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਹੈ, ਸਾਡੀ ਆਪਣੀ ਹਾਜ਼ਰੀ ਜਿਹੜੀ ਹੈ ਉਹ ਲਵਾਈ ਹੈ। ਦੂਰੋਂ ਦੂਰੋਂ ਵੀ ਸੰਗਤਾਂ ਪਹੁੰਚੀਆਂ ਹਨ। ਸੋ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸੋ ਬਹੁਤ ਹੀ ਭਾਗਾਂ ਵਾਲਾ ਦਿਨ ਹੈ, ਬਹੁਤ ਹੀ ਮਹਾਨਤਾ ਵਾਲਾ ਦਿਨ ਹੈ। ਆਓ ਸਤਸੰਗ ਨਾਲ ਜੁੜੀਏ। ਅੱਜ ਦਾ ਪਰਮ ਪਾਵਨ ਸ਼ਬਦ ਜੋ ਹੈ ਉਹ ਸੋਰਠ ਰਾਗ ਦੇ ਵਿੱਚ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਲਿਖਿਆ ਹੋਇਆ ਹੈ। 9ਵੇਂ ਪਾਤਸ਼ਾਹ ਨੇ ਜੋ ਵੀ ਬਾਣੀ ਲਿਖੀ ਹੈ, ਜੋ ਵੀ ਬਾਣੀ ਉਚਾਰਨ ਕੀਤੀ ਹੈ, ਉਹ ਸਾਰੀ ਆਪਣੇ ਮਨ ਨੂੰ ਸੰਬੋਧਨ ਕਰਕੇ ਲਿਖੀ ਹੈ। ਕਿਤੇ ਵੀ ਉਹਨਾਂ ਨੇ ਕਿਸੇ ਨੂੰ ਇਹ ਗੱਲ ਨਹੀਂ ਆਖੀ ਬਈ ਤੂੰ ਇਹ ਕਰ। ਉਹਨਾਂ ਨੇ ਆਪਣੇ ਮਨ ਨੂੰ ਕਿਹਾ ਕਿ ਮੇਰਾ ਮਨ ਜਿਹੜਾ ਹੈ ਉਹ ਮੈਥੋਂ ਕਾਬੂ ਨਹੀਂ ਆ ਰਿਹਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇ ਇਹ ਮੇਰੇ ਮਨ, ਜੇ ਤੂੰ ਕਿਤੇ ਸਿੱਧੇ ਰਾਹ 'ਤੇ ਆ ਜਾਵੇਂ, ਜੇ ਤੂੰ ਕਿਤੇ ਮੇਰੀ ਅੰਦਰਲੀ ਆਤਮਾ ਦੀ ਗੱਲ ਨੂੰ ਮੰਨ ਲਵੇਂ ਤਾਂ ਤੂੰ ਪ੍ਰਭੂ ਦੀ ਸ਼ਰਨ 'ਚ ਆ ਜਾ। ਕਿਉਂਕਿ ਸ਼ਰਨਾਗਤ ਬਛਲ ਭਗਵਾਨਾ, ਜੋ ਸ਼ਰਨ 'ਚ ਚਲਾ ਜਾਂਦਾ ਹੈ ਭਗਵਾਨ ਉਹਦੀ ਰੱਖਿਆ ਕਰਦੇ ਹਨ, ਮਹਾਰਾਜ ਉਹਦੀ ਰੱਖਿਆ ਕਰਦੇ ਹਨ, ਸੰਤ ਉਹਨੂੰ ਸਹਾਰਾ ਦਿੰਦੇ ਹਨ। ਕਿਉਂਕਿ ਉਹ ਸ਼ਰਨਾਗਤ 'ਚ ਪਹੁੰਚ ਗਿਆ, ਸ਼ਰਨਾਗਤ ਸ਼ਰਨ 'ਚ ਆ ਗਿਆ। ਉਹ ਸ਼ਰਨਾਗਤ ਹੈ, ਸ਼ਰਨ ਆਏ ਦੀ ਰੱਖਿਆ ਕਰਨ ਵਾਲਾ ਹੈ। ਅਤੇ ਫਿਰ ਅਸੀਂ ਉਹਦੀ ਸ਼ਰਨ ਕਿਉਂ ਨਾ ਲਈਏ। ਅਸੀਂ ਆਮ ਹੀ ਦੁਨੀਆ ਨੂੰ ਵੇਖਦੇ ਹਾਂ, ਜਦ ਕੋਈ ਮੁਸੀਬਤ ਹੈ, ਕੋਈ ਔਖੀ ਘੜੀ ਹੈ, ਅਸੀਂ ਆਪ ਤੋਂ ਉੱਚ ਕੋਟੀ ਦੇ ਵਿਅਕਤੀ ਨੂੰ
थोड़ा धनवान होवे, थोड़ी ਉਹਦੀ ਅਪਰੋਚ ਹੋਵੇ ਸਰਕਾਰ ਤਾਈਂ, ਅਸੀਂ ਉਹਦੀ ਸ਼ਰਨ 'ਚ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੇਰਾ ਇਹ ਕਾਰਜ ਜਿਹੜਾ ਹੈ ਇਹ ਮੇਰੇ ਤੋਂ ਸਿੱਧ ਨਹੀਂ ਹੋ ਰਿਹਾ, ਤੂੰ ਮੇਰੇ ਕੰਮ ਦੇ ਵਿੱਚ ਆ ਕੇ ਦਖਲ ਦੇ। ਤਾਂ ਉਹ ਜੇ ਦਿਆਲ ਹੋ ਜਾਵੇ ਤਾਂ ਸਾਡੇ ਕੰਮ ਕਰਵਾ ਸਕਦਾ ਹੈ, ਤੇ ਜੇ ਉਹਦੇ 'ਚ ਅਹੰਕਾਰ ਆ ਜਾਵੇ ਤਾਂ ਸ਼ਾਇਦ ਉਹ ਨਾ ਕਰਵਾਵੇ। ਪਰ ਸੰਤਾਂ ਦੇ ਮਨ ਵਿੱਚ ਨਾ ਈਗੋ ਹੈ, ਨਾ ਕੋਈ ਹੋਰ ਕਿਸੇ ਤਰ੍ਹਾਂ ਦਾ ਮਨ 'ਚ ਵਿਕਾਰ ਹੈ। ਉਹਨਾਂ ਨੇ ਤਾਂ ਜੋ ਸ਼ਰਨਾਗਤ 'ਚ ਆ ਗਿਆ ਉਹਦੇ ਔਗਣ ਜਾਂ ਗੁਣ ਵੀ ਨਹੀਂ ਦੇਖਣੇ। ਉਹਨਾਂ ਨੇ ਤਾਂ ਕਿਹਾ ਹਾਂ ਵੀ ਸੱਜਣਾ ਤੂੰ ਬੈਠ, ਮੇਰੀ ਸ਼ਰਨ 'ਚ ਆਇਆ, ਚੱਲ ਤੇਰਾ ਬੇੜਾ ਪਾਰ ਹੈ। ਉਹ ਸ਼ਰਨਾਗਤ ਦੀ ਲਾਜ ਰੱਖਦੇ ਹਨ, ਸ਼ਰਨ ਆਏ ਦੀ ਲਾਜ ਰੱਖਦੇ ਹਨ, ਕਿਉਂਕਿ ਉਹਨਾਂ ਦਾ ਦਿਲ ਜਿਹੜਾ ਹੈ ਉਹ ਦਿਆਲਤਾ ਦੇ ਨਾਲ ਭਰਪੂਰ ਹੁੰਦਾ ਹੈ। ਸੋ ਬਠਿੰਡੇ ਵਾਲੇ ਮਹਾਤਮਾ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਉਹ ਤਾਂ ਇੰਨੇ ਕੁ ਦਿਆਲੂ ਸਨ ਕਿ ਮੈਂ ਆਪਣੀ ਜ਼ਬਾਨ ਤੋਂ ਉਹਨਾਂ ਦਾ ਦਿਆਲਤਾ ਦੇ ਬਾਰੇ ਕੀ ਦੱਸਾਂ, ਮੈਨੂੰ ਸਮਝ ਨਹੀਂ ਆ ਸਕਦੀ। ਵੈਸੇ ਤਾਂ ਕੱਲ੍ਹ ਨੂੰ ਉਹਨਾਂ ਦਾ ਜਨਮ ਦਿਨ ਹੈ, ਤੁਹਾਨੂੰ ਹਿਸਟਰੀ ਸੁਣਾਵਾਂਗੇ ਉਹਨਾਂ ਦੀ ਸਾਰੀ। ਲੇਕਿਨ ਅੱਜ ਵੀ ਇੱਕ ਗੱਲ ਮੇਰੇ ਮਨ 'ਚ ਆਈ ਹੈ ਕਿ ਜਿਸ ਵੇਲੇ ਉਹ ਬੁਢਲਾਡੇ ਗਏ ਤਾਂ ਇੱਕ ਬੱਚਾ ਜਿਸ ਵੇਲੇ ਡੋਲੀ ਤੁਰਨ ਲੱਗਦੀ ਹੈ ਤਾਂ ਉਦੋਂ ਕੁਛ ਪੈਸੇ ਜਿਹੜੇ ਨੇ ਉਹਦੇ ਉੱਤੋਂ ਸੁੱਟੇ ਜਾਂਦੇ ਨੇ ਡੋਲੀ ਦੇ ਉੱਤੋਂ। ਤਾਂ ਇੱਕ ਬੱਚਾ, ਇੱਕੋ ਹੀ ਮੁੱਠੀ ਉਹਨਾਂ ਨੇ ਸੁੱਟੀ ਤੇ ਇੱਕ ਬੱਚਾ ਚੁੱਕਣ ਲੱਗਿਆ, ਉਹਦੇ ਮੱਥੇ ਤੇ ਸੱਟ ਲੱਗ ਗਈ, ਕਿਸੇ ਪੌੜੀ ਤੇ ਸਿਰ ਵੱਜਿਆ। ਉਹਨਾਂ ਨੇ ਜਦੋਂ ਉਹਨੂੰ ਦੇਖਿਆ, ਧਿਆਨ ਗਿਆ ਉਹਦੇ 'ਚ, ਦੂਜੀ ਮੁੱਠੀ ਪੈਸਿਆਂ ਦੀ ਸੁੱਟੀ ਹੀ ਨਹੀਂ, ਉਸ ਬੱਚੇ ਨੂੰ ਲਿਜਾ ਕੇ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਕਰਵਾਉਣ ਲੱਗ ਗਏ। ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਗਾਇਬ ਕਿੱਥੇ ਹੋ ਗਏ। ਉਹ ਵੇਖਦੇ ਰਹਿ ਗਏ, ਸਾਰੇ ਸਭ ਚਲੇ ਗਏ, ਸਭ ਵਿਦਾ ਹੋ ਗਏ। ਲੇਕਿਨ ਸੰਤ ਜਿਹੜੇ ਸਨ ਉਸ ਬੱਚੇ ਦਾ ਟ੍ਰੀਟਮੈਂਟ ਕਰਾ ਕੇ ਸਾਰੀ ਦੀ ਸਾਰੀ ਗੁਥਲੀ ਉਹਨੂੰ ਦੇ ਕੇ ਕਿ ਇਹਦੇ ਪਿੱਛੇ ਸੱਟ ਖਾਧੀ ਹੈ, ਆ ਚੱਕ, ਸਣੇ ਗੁਥਲੀ ਸਣੇ ਸਭ ਕੁਝ ਉਹਨੂੰ ਦੇ ਕੇ ਫਿਰ ਵਾਪਸ ਉਹ ਬਠਿੰਡੇ ਨੂੰ ਗਏ। ਇਹ ਦਿਆਲਤਾ ਦਾ ਇੱਕ ਸਬੂਤ ਹੈ। ਜਦੋਂ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਦੇਖਿਆ, ਸਾਰੇ ਸ਼ਹਿਰ ਦੇ ਵਿੱਚ ਜੈ ਜੈਕਾਰ ਹੋ ਗਈ ਕਿ ਇਹੋ ਜਿਹੇ ਸਾਧੂ, ਇਹੋ ਜਿਹੇ ਵਿਅਕਤੀ ਜ਼ਿੰਦਗੀ ਦੇ ਵਿੱਚ ਕਦੇ ਦੇਖੇ ਹੀ ਨਹੀਂ ਜਿਹੜੇ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਹੈ ਉਹ ਦਿਖਾ ਕੇ ਜਾਣ। ਇਹ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦਿਆਲਤਾ ਦੀ ਦੱਸੀ ਹੈ, ਤੇ ਬਾਕੀ ਕੱਲ੍ਹ ਨੂੰ ਉਹਨਾਂ ਦਾ ਜਨਮ ਦਿਨ ਹੈ, ਆਪਾਂ ਸਾਰੇ ਪੂਰੇ ਵਿਸਥਾਰ ਦੇ ਨਾਲ ਤੁਹਾਨੂੰ ਉਹਨਾਂ ਦਾ ਜੀਵਨ ਹਿਸਟਰੀ ਸੁਣਾਵਾਂਗੇ। ਸੋ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਨੇ ਮਨ ਦੇ ਵਿੱਚ ਇੱਕ ਦਿਆਲਤਾ ਦੀ ਚਿੰਨ੍ਹ ਰੱਖੀ ਹੈ ਕਿ ਇਹ ਮੇਰੇ ਮਨ ਤੂੰ ਪ੍ਰਭੂ ਦੀ ਸ਼ਰਨ 'ਚ ਜਾ। ਉਹਨਾਂ ਨੂੰ ਵੀ, ਮਨ ਨੂੰ ਵੀ ਬੜੇ ਪ੍ਰੇਮ ਨਾਲ, ਬੜੇ ਦਿਆਲੂ ਹੋ ਕੇ ਕਹਿ ਰਹੇ ਨੇ, ਬੜੇ ਰੋਬ ਨਾਲ ਨਹੀਂ ਕਹਿ ਰਹੇ ਕਿ ਤੂੰ ਵੀ ਆ ਤੇ ਉਹਦੀ ਸ਼ਰਨ 'ਚ ਜਾ ਤਾਂ ਕਿ ਤੇਰਾ ਕਲਿਆਣ ਹੋ ਜਾਵੇ। ਕਹਿੰਦੇ ਉਹਦੀ ਸ਼ਰਨ 'ਚ ਵਿਚਾਰ ਕਰ ਲੈ ਜੀ। जेह सिमरत गन कासी उदरी, ताको जस उरतारो। हाँ, हुण वो फरमान लगे ने कि उस प्रभु की शरण च जाना है। जेह सिमरत गन का सी उधरी, सी मतलब वर्गी, गनका वर्गी भी उधर गई, गनका वर्गी भी तर गई। गनका है जिन्हों वेसवा कहने आ, वो गनका है। कहते इन्ना महान पाप वो करती सी जीवन दे विच, ओदा भी कल्याण हो गया। ताको जस उर धारो, ओदा जस तू अपने उर दे विच, अपने हिरदे दे विच धारण कर लै। गनका कौन सी, हुण असीं देखांगे कि गनका किवें उधर गई। देखो एक महात्मा सन, थोड़ा जिहा मैं विस्तार जरूर दसांगी। एक महात्मा सन, किसे थां ते रह रहे, उत्थे इन्ना मींह आ गया, इन्ना बारिश हो गई कि उन्हां दी कुटिया दे विच भी 3-3 फुट पानी चला गया, सारे पानी पानी जल थल हो गया। वो महात्मा कोल इक्को ही तोता सी जिहड़ा उन्होंने पालिया होया सी, होरां नूं उन्हां कोल है ही कुछ नहीं सी। जिवें किवें रात नूं थल्ले ही उन्होंने आसन लगा लेना, रात कट लैनी, लेकिन उस तोते दे नाल वो अपना सारा दिन बतीत करते सन। जदों पानी बहुत ज़्यादा आ गया तब महात्मा उस तोते वाले पिंजरे नूं लैके पानी दे विचों हुंदे होए एक पाप नगरी दे विच, पाप दे बाजार विच चले गए। पता नहीं सी उन्हां नूं कि ये बाजार इन्ना पाप दा भरिया होया है, झूठ दा भरिया होया है, फरेब दा भरिया होया है। चले गए, जदों वेख्या उत्थे जगह भी कोई नहीं सी, एक पौड़ियां दा दरवाज़ा खुला सी, उहदे विच बैठ गए तोते नूं लैके कि चलो थोड़ी देर मैं इत्थे आराम करदा। 1-2 पौड़ियां चढ़ गए,
ਉੱਥੇ ਬੈਠ ਗਏ ਕਿ ਜਦੋਂ ਪਾਣੀ ਉਤਰ ਜਾਵੇਗਾ ਫਿਰ ਮੈਂ ਚਲਾ ਜਾਵਾਂਗਾ। ਤਾਂ ਅੰਦਰ ਉੱਪਰ ਚੁਬਾਰੇ ਦੇ ਉੱਤੇ ਗਨਕਾ ਜਿਹੜੀ ਆ ਉਹ ਰਹਿ ਰਹੀ ਸੀ, ਵੇਸਵਾ ਰਹਿ ਰਹੀ ਸੀ। ਥੋੜ੍ਹੀ ਜਿਹੀ ਉਹਨੂੰ ਪੈੜ ਚਾਲ ਸੁਣਾਈ ਦਿੱਤੀ। ਉਹਨੇ ਵੇਖਿਆ ਪੌੜੀਆਂ 'ਚ ਕੋਈ ਮਹਾਤਮਾ ਬੈਠੇ ਨੇ। ਮਹਾਤਮਾ ਦੀ ਪਛਾਣ ਵੀ ਆ ਜਾਂਦੀ ਹੈ, ਪਹਿਰਾਵਾ ਵੀ ਜਿਹੜਾ ਉਹਨਾਂ ਦਾ ਉੱਦਾਂ ਦਾ ਹੀ ਸੀਗਾ। ਅਤੇ ਉਹਨਾਂ ਨੇ ਆ ਕੇ ਮਹਾਤਮਾ ਨੂੰ ਗਨਕਾ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਇਸ ਗਰੀਬ ਦੀ ਝੁੱਗੀ 'ਚ ਆਏ ਹੋ, ਮੈਂ ਤਾਂ ਬੜੀ ਪਾਪਨ ਹਾਂ, ਇਹ ਤਾਂ ਸਾਰਾ ਬਾਜ਼ਾਰ ਹੀ ਪਾਪ ਦਾ ਭਰਿਆ ਹੋਇਆ ਹੈ। ਤੁਸੀਂ ਅੱਜ ਸਾਡੇ ਦਰ 'ਤੇ ਆਏ ਹੋ, ਸਾਡੇ ਦਰਵਾਜ਼ੇ 'ਤੇ ਆਏ ਹੋ, ਸਾਡੇ ਧੰਨ ਭਾਗ ਹਨ, ਸਾਡਾ ਬੇੜਾ ਪਾਰ ਕਰਨ ਵਾਸਤੇ ਆਏ ਹੋ, ਉੱਤੇ ਆ ਜਾਓ, ਚੁਬਾਰੇ 'ਚ ਬੈਠ ਜਾਓ। ਤਾਂ ਮਹਾਤਮਾ ਕਹਿਣ ਲੱਗੇ ਕੋਈ ਗੱਲ ਨਹੀਂ ਪੁੱਤਰੀ, ਥੋੜ੍ਹੀ ਦੇਰ ਲਈ ਅਸੀਂ ਆਏ ਹਾਂ, ਪਾਣੀ ਉਤਰ ਜਾਏਗਾ ਅਸੀਂ ਚਲੇ ਜਾਵਾਂਗੇ। ਨਹੀਂ ਮਹਾਤਮਾ ਜੀ ਤੁਸੀਂ ਆਓ, ਕੋਈ ਜਲ ਪਾਣੀ ਛਕੋ, ਸਾਡਾ ਵੀ ਉद्धार ਹੋ ਜਾਵੇ। ਚਲੇ ਗਏ ਮਹਾਤਮਾ, ਉੱਪਰ ਚਲੇ ਗਏ, ਕਿਉਂਕਿ ਉਹਨਾਂ ਦੇ ਮਨ 'ਚ ਮੈਲ ਨਹੀਂ ਹੁੰਦੀ, ਉਹਨਾਂ ਦੇ ਮਨ 'ਚ ਉੱਚਾ ਨੀਵਾਂ ਛੋਟਾ ਵੱਡਾ ਨਹੀਂ ਹੁੰਦਾ। ਉਹਨਾਂ ਲਈ ਸਾਰੇ ਵਿਅਕਤੀ ਜਿਹੜੇ ਸੰਸਾਰ ਦੇ ਹਨ ਉਹ ਇੱਕੋ ਹੀ ਜਿਹੇ ਹਨ। ਉਹ ਉੱਪਰ ਚਲੇ ਗਏ, ਜਾ ਕੇ ਉਹਨਾਂ ਨੇ ਆਸਨ ਗ੍ਰਹਿਣ ਕੀਤਾ, ਬੈਠੇ, ਅਤੇ ਗਨਕਾ ਥੋੜ੍ਹਾ ਬਹੁਤ ਜਲ ਪਾਣੀ ਲੈ ਕੇ ਆਈ, ਛਕਾਇਆ, ਛਕ ਲਿਆ। ਅਖੀਰ ਬੜੇ ਪ੍ਰਸੰਨ ਹੋਏ। ਉਹਨੇ ਕਿਹਾ, ਗਨਕਾ ਕਹਿਣ ਲੱਗੀ, ਹੇ ਮਹਾਰਾਜ ਮੈਂ ਸਾਰੀ ਜ਼ਿੰਦਗੀ ਪਾਪ ਕੀਤੇ ਹਨ, ਬਹੁਤ ਹੀ ਘੋਰ ਪਾਪ ਕੀਤੇ ਹਨ। ਆਪਣਾ ਪੇਸ਼ਾ ਦੱਸਿਆ ਉਹਨੇ ਕਿ ਮੈਂ ਕੀ ਕਰਾਂ, ਮੇਰੇ ਵੱਸ ਦੀ ਗੱਲ ਨਹੀਂ, ਪਤਾ ਮੈਨੂੰ ਵੀ ਹੈ ਕਿ ਮੈਂ ਮਾੜੇ ਕੰਮ ਕਰ ਰਹੀ ਹਾਂ। ਕਹਿੰਦੇ ਪੁੱਤਰੀ ਅੱਜ ਤੋਂ ਬਾਅਦ ਤੂੰ ਇਹ ਕਰਮ ਛੱਡ ਦੇ। ਉਹ ਕਹਿੰਦੀ ਠੀਕ ਹੈ ਮਹਾਰਾਜ ਜੀ, ਅੱਜ ਤੋਂ ਬਾਅਦ ਮੈਂ ਛੱਡ ਦਿੱਤੇ। ਆਹ ਤੋਤਾ ਕਹਿੰਦੇ ਤੂੰ ਆਪਣੇ ਕੋਲ ਰੱਖ ਲੈ, ਇਸ ਤੋਤੇ ਨੂੰ ਰਾਮ ਰਾਮ ਰਟਾਇਆ ਕਰ, ਜਦ ਵੀ ਤੇਰੇ ਕੋਲ ਵਕਤ ਹੋਵੇ ਇਹਦੇ ਕੋਲ ਬਹਿ ਜਾ ਕਰ, ਇਹਨੂੰ ਰਾਮ ਰਾਮ ਅਖਵਾਇਆ ਕਰ। ਉਹ ਕਹਿੰਦੀ ਠੀਕ ਹੈ। ਉਹਨੂੰ ਸੇਵਾ ਦੇ ਗਏ ਕਿ ਮੈਂ ਚਲੇ ਜਾਣਾ ਅਤੇ ਤੋਤੇ ਨੂੰ ਸਾਂਭ ਕੇ ਰੱਖ। ਥੋੜ੍ਹੀ ਦੇਰ ਬਾਅਦ ਮਹਾਤਮਾ ਚਲੇ ਗਏ। ਹੁਣ ਉਹ ਤੋਤੇ ਨੂੰ ਨਿੱਤਾ ਪ੍ਰਤੀ ਰਾਮ ਰਾਮ ਦੀ ਰੱਟ ਸਿਖਾ ਰਹੀ ਹੈ। ਉਹਨੇ ਬਾਹਰ ਅੰਦਰ ਜਾਣਾ ਛੱਡ ਦਿੱਤਾ, ਸਾਰੇ ਲੋਕਾਂ ਨੂੰ ਰੋਕ ਦਿੱਤਾ ਕਿ ਮੇਰੇ ਦਰਵਾਜ਼ੇ 'ਤੇ ਕੋਈ ਮਾੜਾ ਬੰਦਾ ਨਾ ਆਵੇ। ਉਹ ਆਪਣੇ ਮਨ ਨੂੰ ਮੋੜ ਲਿਆ ਉਹਨੇ, ਸੰਤਾਂ ਨੇ ਐਸੀ ਦਇਆ ਮਿਹਰ ਕੀਤੀ, ਮਨ ਮੁੜ ਗਿਆ। ਰੋਜ਼ ਤੋਤੇ ਨੂੰ ਸਬਕ ਪੜ੍ਹਾਉਂਦੀ ਸੀ। ਹੁਣ ਉਹ ਤੋਤੇ ਨੂੰ ਸਬਕ ਪੜ੍ਹਾਉਂਦੀ, ਚਾਹੇ ਤਾਂ ਤੋਤਾ, ਇਤਿਹਾਸ ਇਹ ਵੀ ਦੱਸਦਾ ਹੈ ਕਿ ਤੋਤਾ ਮਰ ਗਿਆ, ਇਤਿਹਾਸ ਇਹ ਵੀ ਦੱਸਦਾ ਹੈ ਕਿ ਤੋਤਾ ਉੱਡ ਗਿਆ, ਜੋ ਵੀ ਹੋਇਆ ਤੋਤਾ ਉਹਦੇ ਹੱਥੋਂ ਕਿਸੇ ਦਿਨ ਨਿਕਲ ਗਿਆ। ਲੇਕਿਨ ਗਨਕਾ ਜਿਹੜੀ ਸੀ ਉਹਨੂੰ ਰਾਮ ਨਾਮ ਦਾ ਅਭਿਆਸ ਹੋ ਗਿਆ। ਹੁਣ ਤੋਤੇ ਦਾ ਕੀ ਬਣਿਆ ਇਹ ਨਾ ਮੈਂ ਜਾਣਦੀ ਹਾਂ, ਨਾ ਤੁਸੀਂ ਜਾਣਦੇ ਹੋ, ਨਾ ਇਤਿਹਾਸ ਹੀ ਇਹਦੇ ਬਾਰੇ ਕੋਈ ਸੱਚ ਬੋਲ ਸਕਦਾ ਹੈ। ਪਰ ਉਹਦਾ ਉद्धार ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਸਾਨੂੰ ਪਤਾ ਨਹੀਂ। ਗਨਕਾ ਦਾ ਜ਼ਰੂਰ ਹੋ ਗਿਆ, ਕਿਉਂਕਿ ਗਨਕਾ ਧਿਆਨ ਨਾਲ ਨਾਮ ਜਪਦੀ ਸੀ, ਸੁਰਤ ਨਾਲ ਨਾਮ ਜਪਦੀ ਸੀ। ਕਬੀਰ ਸਾਹਿਬ ਨੇ ਇੱਕ ਬੜਾ ਸੁੰਦਰ ਲਿਖਿਆ ਹੈ, पंडित बाद बदे सो झूठा, पंडित बाद बदे सो झूठा, राम के कहे जगत गति पावे, खांड कहे मुख मीठा, पंडित बाद बदे सो झूठा। हे पंडित जो तू जबान नाल कह रहे हैं कि राम राम कहो, कहना ये झूठ है। कबीर साहब कहते जबान दे नाल राम राम कहन नाल कुछ नहीं बनता जिन्ना चिर सुरत दे नाल राम दा नाम ना लिया जावे। खंड खंड कही जाओ, खंड नाल मूँह मिठा नहीं होना, खंड नाल थोड़े, खंड तो बिना थोड़े कारज सरने नहीं, खंड तो बिना दुध मिठा नहीं होना, चाह मिठी नहीं होनी, कही जाओ खंड आनी नहीं तुहाडे कोल। वो इस तरह ही कहते राम राम कहन दे नाल राम तुहाडे कोल आउणा नहीं, जे सुरत नाल नाम जपोगे फिर राम तुहाडे कोल आएगा। पावक कहे पाम दो दाझे, जल कह त्रिखा बुझाई, पावक कहे पाम जो दाज है, जल कह त्रिखा बुझाई, भोजन कहे भूख जो पाजे, तो दुनिया तर जाई, पंडित बाद बदे सो झूठा। जे सानू रोटी रोटी कहन दे नाल
ਸਾਡਾ ਢਿੱਡ ਭਰ ਜਾਂਦਾ ਹੋਵੇ ਤਾਂ ਸੰਸਾਰ ਨੂੰ ਕੀ ਲੋੜ ਹੈ ਕਾਰ ਵਿਹਾਰ ਕਰਨ ਦੀ, ਕਾਰੋਬਾਰ ਕਰਨ ਦੀ? ਕੋਈ ਲੋੜ ਨਹੀਂ, ਕਿਉਂਕਿ ਕਹਿ ਕੇ ਰੱਜ ਜਾਵਾਂਗੇ, ਪਰ ਅੱਜ ਤਾਈਂ ਕੋਈ ਰੱਜਿਆ ਨਹੀਂ। ਪਾਣੀ ਪਾਣੀ ਕਹਿ ਕੇ ਕਿਸੇ ਦੀ ਪਿਆਸ ਬੁਝੀ ਨਹੀਂ। ਜਿੰਨਾ ਮਰਜ਼ੀ ਪਾਣੀ ਦੀ ਰੱਟ ਲਾਈ ਜਾਓ, ਕਿਸੇ ਦੀ ਪਿਆਸ ਬੁਝਦੀ ਨਹੀਂ। ਜਿੰਨਾ ਮਰਜ਼ੀ ਭੋਜਨ ਦੀ ਰੱਟ ਲਾਈ ਜਾਓ, ਕਿਸੇ ਦੀ ਪੇਟ ਦੀ ਅੱਗ ਜਿਹੜੀ ਹੈ ਉਹ ਬੁਝਣੀ ਨਹੀਂ। ਤੁਹਾਨੂੰ ਆਟਾ ਲਿਆ ਕੇ ਪਕਾ ਕੇ ਰੋਟੀ ਖਾਣੀ ਪਏਗੀ, ਫਿਰ ਹੀ ਤੁਹਾਡੇ ਅੰਦਰ ਦੀ ਅਗਨੀ ਜਿਹੜੀ ਹੈ ਉਹ ਬੁਝੇਗੀ। ਨਰ ਕੇ ਸੰਗ ਸੁਆਹਰ ਬੋਲੇ, ਹਰ ਪ੍ਰਤਾਪ ਨਹੀਂ ਜਾਣੈ। ਨਰ ਕੇ ਸੰਗ, ਵਿਅਕਤੀ ਦੇ ਨਾਲ ਤੋਤਾ ਜਿਹੜਾ ਸੂਆ ਹੁੰਦਾ ਤੋਤਾ, ਨਰ ਕੇ ਸੰਗ ਸੂਆ ਹਰ ਬੋਲੇ, ਉਹ ਰਾਮ ਰਾਮ ਕਹਿੰਦਾ ਹੈ, ਹਰ ਪ੍ਰਤਾਪ ਨਹੀਂ ਜਾਣੇ, ਲੇਕਿਨ ਉਹ ਪ੍ਰਭੂ ਦੇ ਪ੍ਰਤਾਪ ਨੂੰ ਜਾਣਦਾ ਨਹੀਂ, ਪ੍ਰਭੂ ਦੀ ਮਹਿਮਾ ਨੂੰ ਜਾਣਦਾ ਨਹੀਂ। ਨਰ ਕੇ ਸੰਗ ਸੁਆਹਰ ਬੋਲੇ, हर प्रताप नहीं जाने। जो कब हूड जाए जंगल में, तो हर सूरत नाने, तो हर सूरत नाने। पंडित बाद बदे सो झूठा, पंडित बाद बदे सो झूठा। तो इस तरह महाराज ने लिखा है कि जे तोता नाल राम राम कह रहा है, वो जदों भी उड़ के जाएगा तोतियां च जाके अपनी बोली बोलन लग जाएगा। उन्होंने नहीं पता कि मैं महाराज दा सिमरन कर रहा हाँ। सिर्फ जिहड़ा करवा रहा है ना सिमरन, सिमरन तो उहदा हो रहा। जिहड़ा व्यक्ति तोते नूं पढ़ा रहा है, सिमरन उहदा हो रहा। गनका तोते नूं पढ़ा रही सी, सिमरन उहदा हो रहा सी, क्योंकि उन्होंने पता है राम की है, राम का नाम की है, उहदी महिमा की है, वो जानती है। सो गनका तर गई। कोई वेद लै लो, कोई शास्त्र लै लो, कोई संत महात्मा की कथा लै लो, उन्होंने यो ही दसना है कि बई गनका का पार उतारा हो गया। सो इस तरह जदों कोई छोटे तो छोटा माड़े तो माड़ा बंदा जिहड़ा है मालिक के नाम नाल जुड़ जाता है, उहदा बेड़ा पार हो जाता है। सो महाराज फरमाउंदे ने कि ओनू याद कर है मेरे मन, जे सिमरत गनका सी उधरी ताको जा सुरतारो। जिन्हों याद करके गनका वर्गी पापन भी पार हो गई, ओदा जस जिहड़ा है वो हिरदे च संभाल, ओदा जस जिहड़ा है वो हिरदे च याद कर। सो इस करके सानू शिक्षा दे रहे ने महात्मा कि भाई इस तरह करो जी। अटल पयो तू जाके सिमरन, और निरपै पद पाया। अटल पयो, अटल हुंदा है किसी थां ते टिक जाना, हिलना नहीं, अटल हो जाना। अटल पयो ध्रू जाके सिमरन, जिहदा सिमरन करके ध्रू जिहड़ा है एक थां ते टिक गया, उन्होंने जगह मिल गई आसमान दे विच पक्की। सारे तारे जिहड़े हन ध्रू तारे की परिक्रमा करते हैं। अटल पयो ध्रू जाके सिमरन और निरभै पद पाया। तो दूसरी गल कि निरभै पद की प्राप्ति हो गई। हुण उन्होंने कोई जी जम्मन मरन का डर जिहड़ा है वो रहा नहीं, खत्म हो गया। ध्रू बारे सारे जानते ही हो, राजा उत्तानपाद का बेटा सी, उहदियां दो राणियां सी, एक सुनीति सी एक सुरुचि सी। ये सुनीति का बेटा सी जो ध्रू सीगा, वो वड्डी सी। उस तो बाद राजा के कई कई विआह हो जाते सन, वो सुरुचि नूं भी ले आए, उहदे भी औलाद हो गई। तो जदों वो बड़ी संसीयर सी, बड़ी शुभ चिंतक सी, राजे की सेवा भी करती सी, अपने बच्चे दे नाल भी मोह करती सी, राजे दे नाल भी बड़ा स्नेह करती सी। लेकिन जदों किते राजा उत्तानपाद ध्रू नूं नेड़े करदा सी तां सुरुचि जिहड़ी आ देख नहीं सकती सी। उहदे मन नूं अग्नि लग जाती सी कि अंदर मतलब जिवें साड़ा कह लैंदे असीं कि अंदर सड़न लग जाता सी कि मेरे बच्चों नूं छड्ड के राजा इहनूं अपनी गोद च किवें बिठाउंदा है। सो एक दिन उहनूं मोह आया राजा उत्तानपाद नूं, वो खेडदा सी, ध्रू सोहना बहुत सी, उहने फड़ के अपनी गोदी च बिठा लिया। उत्तों जदों राणी सुरुचि आई, उन्हें पकड़ के गोदी चों बाहर कर दिता ध्रू नूं कि तू राजे की गोदी च बैठा है, तेरा अधिकार नहीं, यदि गोदी च मेरा ही बच्चा बैठेगा, तू नहीं बैठ सकता। वो वेखदा 6 साल का बच्चा है, 6वां साल लग्या होया उन्होंने
ਕਿੰਨਾ ਕੁ ਵੱਡਾ ਹੈ। ਉਹਨੇ ਮਨ ਦੇ ਵਿੱਚ ਗਲਾਨੀ ਆਈ, ਉਹਦੇ ਮਨ ਦੇ ਵਿੱਚ ਅਣਖ ਜਾਗੀ ਕਿ ਇਹ ਕੀ, ਮੈਨੂੰ ਕਿਉਂ ਬਾਹਰ ਕੱਢਿਆ ਗਿਆ। ਉਹ ਮਾਂ ਨੂੰ ਜਾ ਕੇ ਪੁੱਛਦਾ, ਮਾਂ ਤੂੰ ਸੁਆਣੀ ਹੈ ਕਿ ਗੋਲੀ ਹੈ, ਤੂੰ ਰਾਣੀ ਹੈ ਕਿ ਗੋਲੀ ਹੈ। ਤਾਂ ਮਾਂ ਬੜੀ ਹੈਰਾਨ ਹੋਈ, ਕਹਿੰਦੀ ਕਿਉਂ ਪੁੱਤਰ ਤੂੰ ਮੈਨੂੰ ਇਹ ਕਿਉਂ ਸਵਾਲ ਕੀਤਾ। ਕਹਿੰਦਾ ਮੈਂ ਰਾਜੇ ਦੀ ਗੋਦੀ 'ਚ ਬੈਠਾ ਸੀ, ਪਿਤਾ ਦੀ ਗੋਦ 'ਚ ਬੈਠਾ ਸੀ, ਤੇ ਮੈਨੂੰ ਸੁਰੂਚੀ ਨੇ ਆ ਕੇ ਬਾਹਰ ਉਠਾ ਕੇ ਕੱਢ ਦਿੱਤਾ। ਮੈਨੂੰ ਸਮਝ ਨਹੀਂ ਆਈ ਮੈਨੂੰ ਕਿਉਂ ਗੋਦੀ 'ਚੋਂ ਉਠਾਇਆ ਗਿਆ, ਕਿਉਂਕਿ ਮੈਨੂੰ ਐਂ ਲੱਗਿਆ ਕਿ ਤੂੰ ਰਾਣੀ ਨਹੀਂ। ਕਹਿੰਦੀ ਨਹੀਂ ਪੁੱਤਰ, ਹਾਂ ਤਾਂ ਮੈਂ ਰਾਣੀ ਹਾਂ, ਰਾਜੇ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ, ਰਾਜੇ ਪਰਿਵਾਰ ਦੇ ਵਿੱਚ ਮੈਂ ਆਈ ਹਾਂ, ਪਰ ਮੈਂ ਪਿਛਲੇ ਜਨਮ 'ਚ ਭਗਤੀ ਨਹੀਂ ਕੀਤੀ, ਇਸ ਕਰਕੇ ਭਗਤੀ ਨਾ ਕਰਨ ਕਰਕੇ ਮੈਨੂੰ ਅੱਜ ਇਹ ਜਿਹੜੀ ਸਜ਼ਾ ਹੈ ਉਹ ਮਿਲ ਰਹੀ ਹੈ। ਹੁਣ ਉਹਨੇ ਬੱਚੇ ਨੂੰ ਟਾਲਿਆ ਸੀ, ਲੇਕਿਨ ਉਹ ਬੱਚਾ ਇੰਨਾ ਸ਼ੁਭ ਚਿੰਤਕ ਨਿਕਲਿਆ, ਉਹਨੇ ਮਨ ਤੇ ਚੋਟ ਖਾਧੀ ਕਿ ਅੱਛਾ ਇਹ ਗੱਲ ਹੈ, ਤਾਂ ਮੈਂ ਫਿਰ ਰੱਬ ਦਾ ਨਾਂ ਕਦੋਂ ਲਵਾਂਗਾ, ਕੀ ਪਤਾ ਮ੍ਰਿਤੂ ਦਾ ਕਦੋਂ ਆ ਜਾਵੇ। ਜਦੋਂ ਸਾਰਾ ਟੱਬਰ ਰਾਤ ਨੂੰ ਸੌਂ ਗਿਆ, ਮਾਂ ਵੀ ਸੁੱਤੀ ਪਈ ਹੈ, ਰਾਜਾ ਉਤਾਨਪਾਦ ਵੀ ਸੁੱਤਾ ਪਿਆ ਹੈ, ਹੋਰ ਵੀ ਪਰਿਵਾਰ ਦੇ ਜੀ ਨੌਕਰ ਚਾਕਰ ਸਭ ਸੁੱਤੇ ਪਏ ਨੇ, ਅੱਧੀ ਰਾਤ ਹੋ ਗਈ। ਉਹ ਜਾਗਦਾ ਹੀ ਰਿਹਾ, ਸਾਰੀ ਰਾਤ ਸੁੱਤਾ ਹੀ ਨਹੀਂ। ਹੌਲੀ ਹੌਲੀ ਉੱਠ ਕੇ ਦਰਵਾਜ਼ਿਓਂ ਬਾਹਰ ਆਇਆ। ਕੁਦਰਤ ਐਸੀ ਕਿ ਜਿਹੜੇ ਚੌਕੀਦਾਰ ਸਨ ਸਭ ਸੁੱਤੇ ਪਏ ਸਨ। ਉਹ ਨੰਗੇ ਪੈਰੀ ਉੱਠ ਕੇ ਤੁਰਿਆ ਕਿ ਮੇਰਾ ਖੜਕਾਰ ਨਾ ਹੋ ਜਾਵੇ, ਤੇ ਸੁੰਨੀ ਥਾਂ ਦੇ ਵਿੱਚ ਜਾ ਰਿਹਾ। ਹੇ ਭਗਵਾਨ, ਆਵਾਜ਼ਾਂ ਮਾਰ ਰਿਹਾ, हे प्रभु, हे ईश्वर, हे भगवान, मैं आ गया, इदां बोल रहा हो। ਉਹਨੂੰ ਜਿਵੇਂ ਸਾਖਸ਼ਾਤ ਨਜ਼ਰ ਆ ਰਿਹਾ ਹੋਵੇ, हे प्रभु मैं आ गया। ਜਦੋਂ ਜੰਗਲ ਬਿਆਬਾਨ ਆ ਗਿਆ, ਉੱਥੇ ਹੋਰ ਵੀ ਆਵਾਜ਼ਾਂ ਜ਼ੋਰ ਦੀ ਲਾਉਣ ਲੱਗ ਗਿਆ। ਤਾਂ ਉਹਦੀਆਂ ਆਵਾਜ਼ਾਂ ਨੂੰ ਸੁਣ ਕੇ ਨਾਰਦ ਮੁਨੀ ਸਾਹਮਣੇ ਆਏ। ਨਾਰਦ ਮੁਨੀ ਕਹਿਣ ਲੱਗੇ, ਪੁੱਤਰ ਤੂੰ ਕਿਹਨੂੰ ਆਵਾਜ਼ਾਂ ਮਾਰਦਾ? ਕਹਿੰਦਾ ਮੈਂ ਭਗਵਾਨ ਨੂੰ ਆਵਾਜ਼ਾਂ ਮਾਰਦਾ, ਮੈਂ ਭਗਵਾਨ ਦੇ ਕੋਲ ਜਾਣਾ। ਕਹਿੰਦੇ ਭਗਵਾਨ ਕਿਹਨੂੰ ਨਜ਼ਰ ਆਉਂਦੇ ਆ? ਕਹਿੰਦੇ ਮੈਨੂੰ ਪਤਾ ਭਗਵਾਨ ਹਰ ਥਾਂ ਤੇ ਹੈ, ਜ਼ਰਰੇ ਜ਼ਰਰੇ 'ਚ ਮੇਰੀ ਆਵਾਜ਼ ਨੂੰ ਸੁਣ ਰਹੇ ਆ। ਉਹ ਇੱਥੇ ਵੀ ਨੇ, ਆਕਾਸ਼ 'ਚ ਵੀ ਨੇ, ਪਾਤਾਲ 'ਚ ਵੀ ਨੇ, ਉਹ ਤੇਰੇ ਅੰਦਰ ਵੀ ਨੇ, ਉਹ ਮੇਰੇ ਅੰਦਰ ਵੀ ਨੇ, ਮੇਰੀ ਆਵਾਜ਼ ਨੂੰ ਸੁਣ ਰਹੇ ਆ। ਪ੍ਰਭੂ ਬਹੁਤ ਨੇੜੇ ਆ। ਉਹ ਬੜੇ ਹੈਰਾਨ ਹੋਏ ਨਾਰਦ ਮੁਨੀ ਜੀ ਕਿ ਬੱਚਾ ਬੜਾ ਹੈ, ਤਾਂ ਛੋਟੀ ਜਿਹੀ ਉਮਰ ਦੇ ਵਿੱਚ ਇਹਨੂੰ ਲੱਗਣ ਲੱਗੀ ਹੈ। ਸੋ ਉਹ ਜਾ ਰਿਹਾ। ਫਿਰ ਉਹਨੇ ਦੇਖਿਆ ਕਿ ਹੁਣ ਕਹਿੰਦੇ ਨਹੀਂ ਚੱਲ ਤੈਨੂੰ ਮੈਂ ਘਰ ਛੱਡ ਕੇ ਆਵਾਂ, ਤੂੰ ਰਾਜੇ ਦਾ ਪੁੱਤਰ ਹੈ, ਚੱਲ ਤੈਨੂੰ ਘਰ ਛੱਡ ਕੇ ਆਵਾਂ, ਇੱਦਾਂ ਠੀਕ ਨਹੀਂ। ਕਹਿੰਦਾ ਨਹੀਂ, ਮੈਂ ਵਾਪਸ ਨਹੀਂ ਮੁੜਾਂਗਾ, ਮੈਂ ਭਗਵਾਨ ਨੂੰ ਪਾ ਕੇ ਹੀ ਮੁੜਨਾ, ਮੈਨੂੰ ਕੋਈ ਭੁੱਖ ਨਹੀਂ, ਕੋਈ ਤੇ ਨਹੀਂ, ਮੈਂ ਉਸ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ। ਜਦੋਂ ਨਾਰਦ ਮੁਨੀ ਨੇ ਉਹਦੀ ਜ਼ਿੱਦ ਵੇਖੀ ਤੇ ਉਹਨੇ ਉੱਥੇ ਹੀ ਬਿਠਾ ਲਿਆ, ਉਹਨੂੰ ਮੰਤਰ ਦੇ ਦਿੱਤਾ, ਓਮ ਨਮੋ ਭਗਵਤੇ ਵਾਸੁਦੇਵਾਏ। ਨਾਰਦ ਮੁਨੀ ਕਹਿਣ ਲੱਗੇ ਚਲੋ ਫਿਰ ਤੂੰ ਬੈਠ ਇੱਥੇ, ਤੈਨੂੰ ਮੈਂ ਮੰਤਰ ਦਿੰਨਾ। ਉਹ ਮਗਰ ਬੋਲੀ ਗਿਆ, ਉਹਨੇ 2-3 ਵਾਰੀ ਕਿਹਾ ਓਮ ਨਮੋ ਭਗਵਤੇ ਵਾਸੁਦੇਵਾਏ। ਕਹਿੰਦੇ ਇਸ ਮੰਤਰ ਦਾ ਜਾਪ ਕਰ। ਉਹਨੂੰ ਯਾਦ ਹੋ ਗਿਆ ਧਰੂ ਭਗਤ ਓਮ ਨਮੋ ਭਗਵਤੇ ਵਾਸੁਦੇਵਾਏ, ਜਿੱਥੇ ਕਹਿੰਦਾ ਸੀ ਨਾ ਭਗਵਾਨ ਮੈਂ ਆ ਗਿਆ, हे प्रभु मैं आ गया, ਉੱਥੇ ਕਹਿਣ ਲੱਗ ਗਿਆ ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ। ਤਾਂ ਹੋਇਆ ਕੀ, ਭਗਵਾਨ ਪ੍ਰਗਟ ਹੋ ਗਏ। ਅਜੇ ਥੋੜੀ ਦੂਰ ਹੀ ਗਿਆ ਤਾਂ ਅਜੇ ਪ੍ਰਗਟ ਵੀ ਨਹੀਂ ਹੋਏ ਉਹ, ਤਾਂ ਸੁਨੇਹਾ ਆਇਆ ਰਾਜੇ ਦਾ, ਕਿਉਂਕਿ ਰਾਜਾ ਉਤਾਨਪਾਦ ਜਾਗ ਪਿਆ। ਜਦੋਂ ਪਿੱਛੇ ਵੇਖਿਆ ਰੌਲਾ ਪੈ ਗਿਆ ਕਿ ਧਰੂ ਕਿੱਥੇ ਗਿਆ, ਮਾਂ ਵੀ ਉਹਦੀ ਰੋ ਰਹੀ ਹੈ। ਉਹ ਕਹਿੰਦੇ ਵੀ ਉਹ ਤਾਂ ਰਾਤ ਨੂੰ ਚਲਾ ਗਿਆ ਕਿਧਰੇ, ਉਹ ਸਾਰੇ ਢੂੰਡਿਆ ਕਿਤੋਂ ਲੱਭਿਆ ਨਹੀਂ। ਨਾਰਦ ਮੁਨੀ ਮਿਲੇ ਉਤਾਨਪਾਦ ਨੂੰ, ਉਹ ਕਹਿੰਦੇ ਵੀ ਤੁਹਾਡਾ ਬੇਟਾ ਜੰਗਲ ਦੇ ਵਿੱਚ ਹੈ, ਉਹਨੂੰ ਮੈਂ ਮੰਤਰ ਦੇ ਕੇ ਆਇਆ, ਹੁਣ ਉਹ ਵਾਪਸ ਨਹੀਂ ਆਉਣਾ। ਉਹ ਕਹਿੰਦਾ ਮੈਂ ਭਜਨ ਕਰਨਾ ਹੈ, ਚੋਟ ਆਈ ਹੈ ਉਸ ਨੂੰ। ਕਹਿੰਦੇ ਅੱਛਾ ਉਹਨੂੰ ਜਾ ਕੇ ਕਹੋ ਅੱਧਾ ਰਾਜ ਤੇਰਾ, ਤੂੰ ਵਾਪਸ ਆ ਜਾ। ਰੌਲਾ ਰਾਜ ਦਾ ਹੀ ਹੈ ਨਾ, ਅੱਧਾ ਰਾਜ ਮੈਂ ਦੇਤਾ ਉਹਨੂੰ, ਵਾਪਸ ਆ ਜਾ। ਉਹ ਚਲਾ ਗਿਆ। ਨਾਰਦ ਮੁਨੀ ਕਹਿਣ ਲੱਗੇ ਤੇਰੇ ਪਿਤਾ ਦਾ ਸੁਨੇਹਾ ਆਇਆ, ਅੱਧਾ ਰਾਜ ਤੇਰਾ, ਵਾਪਸ ਚਲਾ ਜਾ। ਕਹਿੰਦਾ ਅਜੇ ਤਾਂ ਮੈਨੂੰ ਪ੍ਰਮਾਤਮਾ ਮਿਲੇ ਵੀ ਨਹੀਂ, ਭਗਵਾਨ ਮਿਲੇ ਵੀ ਨਹੀਂ, ਅੱਧਾ ਰਾਜ ਵੀ ਮਿਲਣਾ ਸ਼ੁਰੂ ਹੋ ਗਿਆ, ਮੈਂ ਵਾਪਸ ਨਹੀਂ ਜਾਂਦਾ। ਫਿਰ ਸੁਨੇਹਾ ਆਇਆ ਕਿ ਸਾਰਾ ਰਾਜ ਤੇਰਾ, ਤੂੰ ਵੱਡਾ ਹੈ, ਤੂੰ ਹੀ ਰਾਜਾ ਬਣੇਗਾ। ਕਹਿੰਦੇ ਬਸ ਹੁਣ ਤਾਂ ਮੈਨੂੰ ਪੱਕਾ ਹੀ ਵਿਸ਼ਵਾਸ ਹੋ ਗਿਆ ਕਿ ਬਸ ਇੱਧਰਲਾ ਰਾਜ ਤਾਂ ਮੈਨੂੰ ਮਿਲ ਗਿਆ ਮਾਤ ਲੋਕ ਦਾ, ਹੁਣ ਉੱਪਰਲਾ ਰਾਜ ਮਿਲਣ 'ਚ ਕਸਰ ਕੋਈ ਨਹੀਂ। ਥੋੜ੍ਹੀ ਦੇਰ ਬਾਅਦ ਭਗਵਾਨ ਪ੍ਰਗਟ ਹੋ ਗਏ, ਉਹਨਾਂ ਨੇ ਉਸ ਨੂੰ ਆਪਣੀ ਝੋਲੀ 'ਚ ਬਿਠਾਇਆ, ਪਿਆਰ ਦਿੱਤਾ, ਤੇ ਅੱਜ ਉਹ ਧਰੂ ਜਿਹੜਾ ਰਾਜਾ ਬਣਿਆ। ਸਾਰੀ ਪ੍ਰਜਾ ਉਹਦੇ ਰਾਜ ਦੇ ਵਿੱਚ ਬੜੀ ਸੁਖੀ ਰਹੀ। ਅਖੀਰ ਨੂੰ ਧਰੂ ਤਾਰਾ ਜਿਹੜਾ ਹੈ ਅਸਮਾਨ ਦੇ ਵਿੱਚ ਅੱਜ ਵੀ ਹੈ, ਉੱਥੇ ਉਹਨੂੰ ਥਾਂ ਦੇ ਦਿੱਤੀ, ਤਾਰੇ ਦੇ ਰੂਪ 'ਚ
ਟਿਕਾ ਦੇ ਦਿੱਤਾ, ਅਟਲ ਹੋ ਗਿਆ। ਸਾਰੇ ਤਾਰੇ ਜਿਹੜੇ ਹਨ ਉਸ ਧਰੂ ਤਾਰੇ ਦੀ ਪਰਿਕਰਮਾ ਕਰਦੇ ਹਨ। ਤਾਂ ਗੁਰੂ ਮਹਾਰਾਜ ਨੇ ਬਾਣੀ 'ਚ ਲਿਖਿਆ, ਅਟਲ ਪਇਓ ਧਰੂ ਜਾ ਕੇ ਸਿਮਰਨ, ਜਿਹਦੇ ਸਿਮਰਨ ਦੇ ਨਾਲ ਧਰੂ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ ਔਰ ਨਿਰਭੈ ਪਦ ਪਾਇਆ, ਤੇ ਨਿਰਭੈ ਪਦ ਦੀ ਪ੍ਰਾਪਤੀ ਹੋ ਗਈ। ਨਿਰਭੈ ਪਦ ਦੀ ਪ੍ਰਾਪਤੀ ਕੋਈ ਸੁਖਾਲੀ ਗੱਲ ਨਹੀਂ। ਹਰ ਵਿਅਕਤੀ ਜਿਹੜਾ ਜਨਮ ਲੈਂਦਾ ਹੈ ਉਹਦੇ ਮਨ 'ਚ ਹੋਰ ਕੋਈ ਡਰ ਹੋਵੇ ਜਾਂ ਨਾ ਹੋਵੇ, ਇੱਕ ਡਰ ਸਦਾ ਹੀ ਸਮਾਇਆ ਰਹਿੰਦਾ ਕਿ ਮੈਂ ਮਰ ਜਾਣਾ ਹੈ, ਮੈਨੂੰ ਮ੍ਰਿਤਿੂ ਆ ਜਾਣੀ ਹੈ। ਇਹ ਮੌਤ ਦਾ ਡਰ ਜਿਹੜਾ ਹੈ ਉਹ ਤਾਂ ਜਾਂਦਾ ਨਹੀਂ, ਕਿਉਂਕਿ ਜੋ ਉਹਨੇ ਜਨਮ ਧਾਰਨ ਕੀਤਾ ਹੈ ਮੌਤ ਤਾਂ ਆਏਗੀ ਆਏਗੀ। ਸੋ ਉਹ ਨਿਰਭੈ ਪਦ ਜਿਹੜਾ ਹੈ ਉਹਨੂੰ ਮਿਲ ਗਿਆ ਕਿ ਨਾ ਜਨਮ ਦਾ ਫਿਕਰ ਨਾ ਮਰਨ ਦਾ ਫਿਕਰ। ਜਦੋਂ ਅਸੀਂ ਬਾਰ-ਬਾਰ ਜਨਮ ਲੈਂਦੇ ਹਾਂ, ਬਾਰ-ਬਾਰ ਮਰਦੇ ਹਾਂ, ਇਹ ਸਾਡੇ ਵਾਸਤੇ ਇੱਕ ਬਹੁਤ ਹੀ ਔਖੀ ਘੜੀ ਹੈ, ਔਖਾ ਸਮਾਂ ਹੈ, ਜਿਹਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਵਿਅਰਥ ਹੋ ਜਾਂਦਾ ਹੈ। ਸੋ ਗੁਰੂ ਮਹਾਰਾਜ ਉਦਾਹਰਨਾਂ ਦੇ ਦੇ ਕੇ ਸਮਝਾ ਰਹੇ ਨੇ ਕਿ ਇਸ ਤਰ੍ਹਾਂ ਤੂੰ ਮਹਾਰਾਜ ਦੀ ਸ਼ਰਨ 'ਚ ਆ, ਤੇਰਾ ਵੀ ਬੇੜਾ ਪਾਰ ਹੋ ਜਾਏਗਾ ਜੀ। दुख हरताए है बिद को स्वामी, तै काहे बिसराया। ਦੁੱਖ ਹਰਤਾ, ਦੁੱਖਾਂ ਨੂੰ ਹਰਨ ਵਾਲਾ, ਇਹ ਵਿਧੀ ਕੋ ਸੁਆਮੀ, ਇਸ ਤਰੀਕੇ ਦੇ ਨਾਲ ਜਿਹੜਾ ਸੁਆਮੀ ਹੈ, ਪਰਮੇਸ਼ਰ ਹੈ, ਉਹ ਦੁੱਖਾਂ ਨੂੰ ਹਰਨ ਵਾਲਾ ਹੈ। ਫਿਰ ਤੂੰ ਉਹ ਕਿਉਂ ਵਿਸਰਾ ਦਿੱਤਾ, ਵਿਸਾਰ ਦਿੱਤਾ? ਮਤਲਬ ਹੈ ਕਿ ਜਿਸ ਮਹਾਤਮਾ ਦੀ, ਜਿਸ ਪਰਮੇਸ਼ਰ ਦੀ, ਜਿਸ ਸ਼ਕਤੀ ਦੀ ਕੁਆਲਿਟੀ ਸਾਨੂੰ ਪਤਾ ਹੈ ਕਿ ਇਹਦੇ ਸ਼ਰਨ 'ਚ ਜਾਣ ਨਾਲ, ਇਹਦਾ ਨਾਮ ਜਪਣ ਦੇ ਨਾਲ ਸਾਨੂੰ ਆਹ ਫਾਇਦੇ ਹੋ ਜਾਣੇ ਆ, ਉੱਚੇ ਤੋਂ ਉੱਚਾ ਫਾਇਦਾ, ਵੱਡੇ ਤੋਂ ਵੱਡਾ ਫਾਇਦਾ ਸਾਡਾ ਹੋ ਜਾਣਾ, ਫਿਰ ਤੂੰ ਕਿਉਂ ਵਿਸਾਰਦਾ? ਉਹ ਆਪਣੇ ਮਨ ਨੂੰ ਕਹਿ ਰਹੇ ਨੇ, ਐ ਮੇਰੇ ਮਨ, ਇੰਨਾ ਕੁਛ ਉਹਨਾਂ ਦੀ ਸ਼ਰਨ 'ਚ ਜਾਇਆ ਮਿਲ ਸਕਦਾ ਹੈ, ਇੰਨਾ ਕੁਛ ਉਹਨਾਂ ਦਾ ਨਾਮ ਲੈਣ ਦੇ ਨਾਲ ਮਿਲ ਸਕਦਾ ਹੈ, ਫਿਰ ਤੂੰ ਭੋਲੇ ਪੰਛੀ ਕਿਉਂ ਵਿਸਾਰਦਾ ਉਹਨੂੰ? ਤੂੰ ਇਹਨਾਂ ਇੰਦਰੀਆਂ ਦੇ ਮਗਰ ਲੱਗਿਆ ਹੋਇਆ ਹੈ, ਇਹਨਾਂ ਵਿਸ਼ੇ ਵਿਕਾਰਾਂ ਦੇ ਮਗਰ ਲੱਗਿਆ ਹੋਇਆ ਹੈ। ਮੁੜ ਥੋੜ੍ਹਾ ਜਿਹਾ ਆਤਮਾ ਦੀ ਗੱਲ ਨੂੰ ਸੁਣ, ਉਹਦੇ ਮਗਰ ਲੱਗ, ਫਿਰ ਤੈਨੂੰ ਪਰਮਾਤਮਾ ਦਾ ਦੀਦਾਰ ਹੋ ਜਾਏਗਾ। ਕਿਉਂ ਵਿਸਾਰਦਾ? ਗੱਲ ਤਾਂ ਸਿਰਫ ਇੰਨੀ ਹੈ ਕਿ ਜੇ ਵਿਸਰ ਜਾਵੇ ਪਰਮੇਸ਼ਰ, ਅਸੀਂ ਪਰਮੇਸ਼ਰ ਤੋਂ ਦੂਰ ਹਾਂ। ਜੇ ਪਰਮੇਸ਼ਰ ਯਾਦ ਹੈ, ਅਸੀਂ ਨੇੜੇ ਤੋਂ ਨੇੜੇ ਹਾਂ। ਉਹ ਨੇੜੇ ਤੋਂ ਨੇੜੇ ਹੈ ਕਦੋਂ? ਜਦੋਂ ਸਾਨੂੰ ਯਾਦ ਹੈ। ਉਹ ਦੂਰ ਤੋਂ ਦੂਰ ਹੈ ਜਦੋਂ ਅਸੀਂ ਉਹਨੂੰ ਵਿਸਾਰ ਦਿੱਤਾ। ਇੰਨੀ ਦੂਰੀ ਹੈ, ਉਹ ਦੂਰੀ ਮਾਪੀ ਨਹੀਂ ਜਾ ਸਕਦੀ। ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਜਦੋਂ ਅਸੀਂ ਬੰਦਾ ਜਾਂਦਾ ਹੈ ਸੰਸਾਰ ਤੋਂ, ਪਤਾ ਨਹੀਂ ਉਹ ਕਿੱਥੇ ਜਾਂਦਾ। ਕਹਿੰਦੇ ਬੜੇ ਲੰਮੇ ਰਾਹਾਂ ਤੇ ਪੈ ਗਿਆ ਜੀ, ਉਹ ਬੜੇ ਬੜੇ ਲੰਮੇ ਕੋਸ। ਬਾਣੀ ਕਹਿ ਰਹੀ ਹੈ, ਵਿਅਕਤੀ ਨੇ ਤਾਂ ਕਹਿਣਾ, ਬਾਣੀ ਕਹਿ ਰਹੀ ਹੈ, ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਜਿਸ ਮਾਰਗ ਦੇ ਕੋ ਗਿਣੇ ਨਹੀਂ ਜਾ ਸਕਦੇ। ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਉੱਥੇ ਹਰੀ ਦਾ ਨਾਮ ਤੇਰੇ ਲਈ ਤੋਸਾ ਹੈ। ਤੋਸਾ ਹੁੰਦਾ ਉਹ ਬੰਨ ਕੇ ਲਿਜਾਈ ਹੋਈ ਖੁਰਾਕ, ਜਿਹੜੀ ਰਸਤੇ ਦੇ ਵਿੱਚ ਅਸੀਂ ਖਾਂਦੇ ਹਾਂ ਕਿ ਭੁੱਖ ਲੱਗੇਗੀ ਉੱਥੇ ਖਾਵਾਂਗੇ, ਉਹ ਤੋਸਾ ਹੈ। ਉਹ ਤੇਰੇ ਕੋਲ ਰਾਮ ਦਾ ਨਾਮ ਹੈ। ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਂਡੇ ਮੈਂ ਅੰਧ ਗੁਬਾਰਾ, ਉਹ ਲੰਮਾ ਹੀ ਨਹੀਂ, ਹਨੇਰਾ ਵੀ ਹੈ, ਪੂਰਾ ਹਨੇਰਾ। ਉੱਥੇ ਇੱਕ ਲੰਮਾ ਰਸਤਾ ਹੈ, ਇੱਕ ਪੂਰਾ ਹਨੇਰ ਘੁੱਪ ਹੈ। ਸੋ ਕਹਿੰਦੇ ਨੇ ਉਹ ਜਿਹੜਾ ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਂਡੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਉੱਥੇ ਤੇਰਾ ਹਰੀ ਦਾ ਨਾਮ ਜਿਹੜਾ ਉਜਿਆਰਾ ਬਣ ਜਾਏਗਾ, ਚਾਨਣ ਬਣ ਜਾਏਗਾ। ਜਹਾਂ ਪੰਥ ਤੇਰਾ ਕੋ ਨਾ ਸਜਾਨੂ। ਹੁਣ ਲੰਮਾ ਸਫ਼ਰ ਹੈ, ਸਾਨੂੰ ਸਾਥ ਜ਼ਰੂਰ ਚਾਹੀਦਾ, ਤਾਂ ਹੀ ਅਸੀਂ ਪਾਰ ਉਤਰ ਸਕਦੇ ਹਾਂ। ਲੇਕਿਨ ਕੋਈ ਕਦੇ ਕਿਸੇ ਨੂੰ ਨਾਲ ਲੈ ਕੇ ਨਹੀਂ ਗਿਆ। ਜੇ ਦੋ ਵਿਅਕਤੀ ਇਕੱਠੇ ਵੀ ਦੁਨੀਆ ਤੋਂ ਚਲੇ ਜਾਂਦੇ ਨੇ, ਉਹ ਅੱਗੇ ਪਿੱਛੇ ਜਾਣਗੇ, ਇਕੱਠੇ ਨਹੀਂ ਹੋਣਗੇ, ਕਿਤੇ ਵੀ ਇਕੱਠੇ ਨਹੀਂ ਹੋਣਾ, ਕਿਉਂਕਿ ਇਕੱਲਾ ਆਇਆ ਹੈ, ਇਕੱਲੇ ਨੇ ਜਾਣਾ ਹੈ। ਜੇ ਬੈਂਡੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨ ਸਿਆਣੂ, ਹਰ ਕਾ ਨਾਮ ਤਾਂ ਨਾਲ ਪਛਾਣੂ। ਉੱਥੇ ਹਰੀ ਦਾ ਨਾਮ ਜਿਹੜਾ ਹੈ ਉਹ ਤੇਰੀ ਪਛਾਣ ਬਣ ਜਾਏਗਾ। ਜਾਂ ਮਹਾ ਭਿਆਨ ਤਪਤ ਬਹੁ ਕਾਮ, ਇੰਨੀ ਗਰਮੀ ਹੋਏਗੀ ਭਿਆਨਕ, ਡਰਾਉਣੀ ਕਾਮ ਗਰਮੀ। ਜਾਂ ਮਹਾ ਭਿਆਨ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉੱਪਰ ਛਾਮ, ਤਾਂ ਹਰੀ ਦੇ ਨਾਮ ਦੀ ਛਾਂ, ਛਤਰੀ ਜਿਹੜੀ ਹੈ ਉਹ ਤੈਨੂੰ ਮਿਲ ਜਾਏਗੀ, ਤੈਨੂੰ ਗਰਮੀ ਨਹੀਂ ਲੱਗੇਗੀ। ਤਾਂ ਹਰ ਕੇ ਨਾਮ ਕੀ ਤੁਮ ਉੱਪਰ ਛਾਮ, ਜਹਾਂ ਤ੍ਰਿਖਾ ਮਨ ਤੁਝਾ ਕਰਖ ਹੈ, ਤੇਰੇ ਮਨ ਨੂੰ ਵਿਆਕੁਲ ਕਰ ਦੇਗੀ ਕੌਣ? ਪਿਆਸ। ਜਹਾਂ ਤ੍ਰਿਖਾ, ਜਿੱਥੇ ਤ੍ਰਿਖਾ ਲੱਗੇਗੀ, ਪਿਆਸ ਲੱਗੇਗੀ,
जहाँ त्रिखा मन तुझ आकर ख, तहाँ नानक हर हर अमृत बरख है। हे प्रभु, नानक कहते ने मन उथे ਥਾਂ ਥਾਂ ਦੇ ਉੱਤੇ ਅੰਮ੍ਰਿਤ ਦੀ ਵਰਸ਼ਾ ਹੋ ਰਹੀ ਹੈ। ਤੇਰੀ ਪਿਆਸ ਬੁਝ ਜਾਏਗੀ, ਨਾ ਤੈਨੂੰ ਪਿਆਸ ਲੱਗੇਗੀ, ਨਾ ਤੈਨੂੰ ਹਨੇਰਾ ਸਤਾਏਗਾ, ਨਾ ਤੈਨੂੰ ਭੁੱਖ ਸਤਾਏਗੀ, ਨਾ ਤੈਨੂੰ ਗਰਮੀ ਸਤਾਏਗੀ, ਨਾ ਤੈਨੂੰ ਇਕੱਲਾਪਨ ਸਤਾਏਗਾ। ਕਿਉਂ? ਤੇਰੇ ਕੋਲ ਰਾਮ ਦਾ ਨਾਮ ਹੈ, ਇੱਕ ਨਾਮ ਹੈ ਤੇਰੇ ਕੋਲ, ਸਿਮਰਨ ਹੈ ਤੇਰੇ ਕੋਲ। ਜਦ ਉਹ ਤੇਰੇ ਕੋਲ ਹੈ ਫਿਰ ਤੈਨੂੰ ਕੋਈ ਦੁੱਖ ਦਰਦ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਉਹਨੂੰ ਨਾ ਵਿਸਾਰ। ਜਦੋਂ ਤੂੰ ਉਹਨੂੰ ਯਾਦ ਕਰਦਾ ਹੈ ਉਹ ਨੇੜੇ ਤੋਂ ਨੇੜੇ ਹੈ। जब तू ਉਹਨੂੰ नहीं याद करता, विसार दिता, परमेश्वर दूर तो दूर है। किन्ना सौखा जा जी साइंटिफिकली गल जी है दस दी। बड़े बारी सत्संग दे विच ये गल जबान ते आउंदी है कि एक बाहरले मुल्क दे विच एक व्यक्ति अध्यापक सी, बच्चों नूं पढ़ा रहा है कि गॉड इज़ ओमनी प्रेजेंट, परमात्मा सर्व व्यापक है। चंगा उन्होंने एग्जाम्पल दे दे के समझाया। सवेर ਨੂੰ ਜਦੋਂ ਬੱਚੇ ਇਕੱਠੇ ਹੋਏ, ਉਹਨਾਂ ਨੇ ਪੁੱਛਿਆ ਅਧਿਆਪਕ ਨੇ ਕਿ ਮੈਂ ਇਹਨਾਂ ਨੂੰ ਕੱਲ ਵਾਲਾ ਲੈਸਨ ਤਾਂ ਪੁੱਛਾਂ ਯਾਦ ਹੈ ਕਿ ਨਹੀਂ। ਕਹਿੰਦੇ ਬੱਚਿਓ, ਕੱਲ ਆਪਾਂ ਕੀ ਪੜ੍ਹਿਆ ਸੀ ਕਿ ਰੱਬ ਕਿੱਥੇ ਕਿੱਥੇ ਨਹੀਂ ਹੈ, ਉਹ ਮੈਨੂੰ ਦੱਸੋ। ਜ਼ਬਾਨ ਤੋਂ ਗਲਤ ਲਫ਼ਜ਼ ਨਿਕਲ ਗਿਆ ਅਧਿਆਪਕ ਦੇ। ਕਹਿਣਾ ਉਹ ਸੀ ਕਿ ਰੱਬ ਕਿੱਥੇ ਕਿੱਥੇ ਹੈ ਜਾਂ ਰੱਬ ਕਿਵੇਂ ਓਮਨੀ ਪ੍ਰੈਜ਼ੈਂਟ ਹੈ। ਜ਼ਬਾਨ ਥਿੜਕ ਗਈ, ਕਹਿੰਦਾ ਰੱਬ ਕਿੱਥੇ ਨਹੀਂ। किसी बच्चे ने हाथ खड़ा ना किया, क्योंकि कोई यहो जी थां ही है नहीं जिथे रब नहीं है। सारिया थावां ते रब है। हुण वो पछता रहा कि मैं गलत लफ्ज़ कहता, पर एक बच्चे ने हाथ खड़ा किया। हुण एक बच्चे का हाथ खड़ा होने करके वो भी सस्पेंस च पै गया, वो भी सोची पै गया कि देखो इसका जवाब की हुंदा। कहते हाँ बई दस। वो बच्चा खड़ा होया, कहंदा हे गुरुदेव, हे अध्यापक, हर एक थां ते परमेश्वर है, पर साडे चेते च परमेश्वर नहीं, साडी याद च परमेश्वर नहीं, असीं उहनूं याद नहीं करते। अध्यापक की लाज रह गई, उहदी इज्जत बच गई कि वाकई ठीक है। वो आके उस विद्यार्थी के चरण फड़ लए उस अध्यापक ने कि तू अज मेरी लाज बचा दी, सवाल मेरा गलत सी पर तू ठीक करके विखा दिता। वाकई परमेश्वर साडी याद च नहीं। जदों साडी याद च है, काम करदिआं उठदिआं बैठदिआं सौंदिआं, जदों परमेश्वर साडे याद च है, उदों साडे नेड़े तो नेड़े है। अगला कहंदा रब दे नेड़े है, वो याद करदा, वो सिमरन च बैठा रहिंदा सारा दिन। इस करके उहनूं याद है परमेश्वर नेड़े है। ਜਿਹੜਾ नहीं याद करता परमेश्वर दूर है। सो कहते ने तू बई याद कर, ਉਹਨੂੰ विसारना जी। जब ही शरण गही कृपा निध, गज गराहते छूटा। जब ही, हुण फिर अगली एग्जाम्पल दिंदे ने, अगली उदाहरण दिंदे ने। ये मन नूं समझाउण वास्ते ठोस उदाहरण पेश कर रहे हैं नौवें पातशाह। जब ही शरण गही कृपा, गही हुंदा पकड़ लेना, चले जाना शरण च। जदों ही उस हाथी ने, गज हुंदा हाथी, जब ही शरण गही कृपा निधि, गज गराह ते छूटा। जिहड़ा गज सी वो शरण च आया ते वो गराह जिहड़ा तंदुआ जिन्हें उहनूं पकड़िया होया सी वो तो छुट गया। पहला हंकार च आया होया सी, क्योंकि ऋषि से जिहड़ा हाथी सी पिछले जन्म दे विच एक ऋषि सीगा, तो कोई ऐसा पाप होया उन्होंने हाथी बनना पै गया। गंधर्व सी ये गंधर्व सी, तो वो गंधर्व तो कोई गलती होने करके नूं हाथी का रूप धारण करना पिया, तो ग्राह दे नाल इहदा टकराव हो गया। हुण इहदे मन च फिर हंकार है। गंधर्व तो गज बन गया, लेकिन गज बनन तो बाद फिर कहंदा ये निक्के निक्के कीड़े मकौड़े मेरा की बिगाड़ लैणगे, इन्होंने मेरा की बिगाड़ देना। मैं एडा वड्डा हाथी, एडी वड्डी मेरी देह, मैं इनू समझदा की हाँ। हंकार आ गया। पानी बहुत डूंगा है, उत्थे ग्राह भी आ गया। सुंड ने पानी दे विच पाई हुई है। जदों सुंड दे नाल ग्राह दा टकराव होया, उन्हें उसनू पकड़िया, चीखा मारदा, बहुत लंबा समा ग्राह तो छुटकारा नहीं होया। अखीर जदों वो तो बचन का कोई साधन ना लभ्या, तो उसने मालिक नूं याद किया। एक लत्त ते खड़े होके हाथी ने उस अकाल पुरख नूं याद किया, सच्चे पातशाह हुण तू ना पहुंचा तो मेरे प्राण गए, हुण मैनूं बचा लै। उस वेले तंदुए ने तार ढिले कर दिते, हाथी बच गया। जब ही शरण गही कृपा निधि, जदों दी शरण च आया
ਉਹਨੂੰ ਯਾਦ ਕੀਤਾ, ਉਹਦਾ ਸਿਮਰਨ ਕੀਤਾ, ਗੱਜ ਗਰਾਹ ਤੇ ਛੂਟਾ। ਐਡਾ ਵੱਡਾ ਦੇਹ ਧਾਰਨ ਕਰਨ ਵਾਲਾ ਹਾਥੀ ਜਿਹੜਾ ਹੈ ਉਹ ਵੀ ਛੁੱਟ ਗਿਆ, ਉਹਦਾ ਵੀ ਬੇੜਾ ਪਾਰ ਹੋ ਗਿਆ। ਫਿਰ ਤੂੰ ਕਿਵੇਂ ਸਮਝ ਸਕਦਾ ਕਿ ਮੈਂ ਨਹੀਂ ਛੁੱਟੂੰਗਾ? ਤੈਨੂੰ ਸਮਝ ਹੈ, ਹਾਥੀ ਨਾਲੋਂ ਜ਼ਿਆਦਾ ਹੈ। ਹਾਥੀ ਕੋਲ ਜ਼ਬਾਨ ਨਹੀਂ, ਉਹ ਤੁਹਾਨੂੰ ਉਹ ਸਮਝਦਾ ਹੈ, ਉਹ ਨਮਸਕਾਰ ਵੀ ਕਰਦਾ ਹੈ, ਸਮਝਦਾ ਵੀ ਹੈ, ਖਾਂਦਾ ਹੈ, ਪੀਂਦਾ ਹੈ, ਬੱਚੇ ਦਿੰਦਾ ਹੈ। ਦੇਖੋ ਜੇ ਬਾਲ ਬੱਚਿਆਂ ਦੀ ਗੱਲ ਕਹੀਏ ਤਾਂ ਹਰ ਚਿੜੀ, ਜਨੌਰ, ਕੀੜਾ ਮਕੌੜਾ ਸਭ ਦੇ ਬਾਲ ਗੋਪਾਲ ਹੋ ਰਹੇ ਹੈ। ਜਿਹੜੇ ਚਿੜੀਆਂ ਹਨ ਉਹ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦੀਆਂ ਹਨ, ਕਬੂਤਰ ਹਨ, ਕਾਂ ਹਨ, ਜੋ ਵੀ ਪੰਛੀ ਹੈ, ਜੋ ਵੀ ਜਾਨਵਰ ਹੈ, ਆਪਣੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਤੇ ਆਪਣੇ ਆਪਣੇ ਬੱਚਿਆਂ ਨੂੰ ਖੁਰਾਕ ਦਾ ਵੀ ਇੰਤਜ਼ਾਮ ਕਰਦੇ ਨੇ ਕਿ ਆਪਣੇ ਮੂੰਹ ਨਾਲ ਚੱਕ ਕੇ ਕਿਉਂ ਨਾ ਲਿਆਉਣ, ਲੇਕਿਨ ਆਪਣੇ ਬੱਚਿਆਂ ਨੂੰ ਪਾਲਦੇ ਆ। ਕਿਉਂ? ਉਹਨਾਂ ਨੂੰ ਪਤਾ ਹੈ ਮੇਰਾ ਬੱਚਾ ਹੈ। ਬਿੱਲੀ ਹੈ, ਚੂਹੇ ਨੂੰ ਤੁਹਾਡੇ ਸਾਹਮਣੇ ਚਕਨਾ ਚੂਰ ਕਰ ਦਿੰਦੀ ਆ, ਲੇਕਿਨ ਆਪਣੇ ਬੱਚੇ ਨੂੰ ਤਾਂ ਖਰੋਚ ਤੱਕ ਨਹੀਂ ਆਉਣ ਦਿੰਦੀ, ਮੂੰਹ ਨਾਲ ਫੜ ਕੇ ਸੱਤ ਕਰ ਲੰਘਾ ਦਿੰਦੀ ਹੈ। ਉਹਨੂੰ ਪਤਾ ਹੈ ਮੇਰਾ ਬੱਚਾ ਹੈ, ਇਹ ਮੇਰਾ ਆਪਣਾ ਹੈ। ਉਹਨੂੰ ਪਤਾ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਆਪਣਾ ਬਣਾਵਾਂਗੇ ਤਾਂ ਉਹ ਵੀ ਸਾਨੂੰ, ਜਿਵੇਂ ਬਲੂੰਗੜਾ ਬਿੱਲੀ ਲੈ ਕੇ ਜਾਂਦੀ ਹੈ, ਇਵੇਂ ਉਹ ਸਾਨੂੰ ਖਰੋਚ ਤੱਕ ਨਹੀਂ ਆਉਣ ਦੇਗਾ, ਬਚਾ ਲਏਗਾ। ਜੇ ਅਸੀਂ ਸਿਰਫ ਸੰਸਾਰ ਦੀ ਪਰਵਰਿਸ਼ ਵਾਸਤੇ ਕਿ ਮੈਂ ਆਪਦੇ ਬਾਲ ਬੱਚੇ ਪਾਲਣੇ ਆ, ਕਾਰੋਬਾਰ ਕਰਨਾ, ਮੇਰਾ ਕਾਰੋਬਾਰ ਮੱਧਮ ਹੋ ਗਿਆ, ਅਸੀਂ ਰੋਣ ਲੱਗ ਜਾਂਦੇ ਹਾਂ। ਕਦੇ ਮਾਲਕ ਦੀ ਯਾਦ ਮੱਧਮ ਹੁੰਦੀ ਹੈ, ਉਦੋਂ ਅਸੀਂ ਰੋਂਦੇ ਨਹੀਂ ਕਿ ਮੇਰੇ ਮਾਲਕ ਦੀ ਯਾਦ ਮੈਥੋਂ ਛੁੱਟ ਗਈ, ਅੱਜ ਮੈਂ ਰੋਵਾਂ ਨਹੀਂ। ਬਾਬਾ ਫਰੀਦ ਜੀ ਰੋਏ ਆ, ਹੋਰ ਕੋਈ ਨਹੀਂ ਰੋਇਆ। ਉਹ ਕਹਿੰਦੇ ਆ ਕਿ ਅੱਜ ਜਿਹੜੀ ਮੇਰੀ ਦਿਹਾੜੀ, ਅੱਜ ਰਾਤ ਜਿਹੜੀ ਹੈ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਪੁੱਛੋ ਦੁਹਾਗਨੀ ਤੁਮ ਕਿਉਂ ਰਹਿਣ ਵਿਹਾਏ। ਕਹਿੰਦੇ ਅੱਜ ਹੀ ਮੇਰਾ ਪ੍ਰੀਤਮ ਦੀ ਯਾਦ 'ਚ ਮੈਂ ਸੁੱਤੀ ਨਹੀਂ, ਪ੍ਰੀਤਮ ਦੇ ਕੋਲ ਮੈਂ ਸੁੱਤੀ ਨਹੀਂ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਮੈਨੂੰ ਬੜੇ ਸਰੀਰਕ ਤੌਰ 'ਤੇ ਬੇਆਰਾਮੀ ਹੋ ਰਹੀ ਹੈ, ਮੇਰੇ ਅੰਗ ਮੁੜ ਜਾ ਰਹੇ ਹੈ। ਕਿਉਂ? ਮੈਨੂੰ ਪ੍ਰੀਤਮ ਦੀ ਯਾਦ ਅੱਜ ਆਈ ਨਹੀਂ, ਸਿਮਰਨ ਕੀਤਾ ਨਹੀਂ। ਜਾਏ ਪੁੱਛੋ ਦੁਹਾਗਨੀ, ਜਿਹੜੀ ਛੁੱਟੜ ਹੈ, ਜਿਹਨੂੰ ਪ੍ਰੀਤਮ ਨੇ ਛੱਡਿਆ ਹੋਇਆ ਹੈ, ਉਹ ਰੋਜ਼ ਹੀ ਇਕੱਲੀ ਸੌਂਦੀ ਹੈ। ਜਾਏ ਪੁੱਛੋ ਦੁਹਾਗਨੀ ਤੁਮ ਕਿਉਂ ਰਹਿਣ ਵਿਹਾਏ, ਤੂੰ ਰਾਤ ਕਿਵੇਂ ਬਤੀਤ ਕਰਦੀ ਹੈ? ਰਹਿਣ ਹੁੰਦਾ ਰਾਤ, ਵਿਹਾਏ ਹੁੰਦਾ ਬਤੀਤ ਕਰਨੀ। ਤੂੰ ਰਾਤ ਕਿਵੇਂ ਬਤੀਤ ਕਰਦੀ ਹੈ? ਮੈਂ ਤਾਂ ਅੱਜ ਹੀ ਉਹਨੂੰ ਯਾਦ ਨਹੀਂ ਕੀਤਾ, ਅੱਜ ਹੀ ਉਹ ਮੇਰੇ ਕੋਲ ਨਹੀਂ ਸੀ, ਰਾਤ ਬੜੀ ਔਖੀ ਲੰਘੀ ਮੈਨੂੰ। ਸੋ ਇਹ ਸਮਝ ਜਿਹੜੀ ਹੈ ਇਨਸਾਨ ਨੂੰ ਦਿੱਤੀ ਹੈ, ਹੋਰ ਕਿਸੇ ਨੂੰ ਨਹੀਂ। ਉਦੋਂ ਅਸੀਂ ਰੋਂਦੇ ਨਹੀਂ ਕਿ ਅੱਜ ਮੈਨੂੰ ਇਸ ਗੱਲ ਦਾ ਘਾਟਾ ਪਿਆ, ਸਾਨੂੰ ਵਪਾਰਕ ਤੌਰ 'ਤੇ ਘਾਟਾ ਪੈ ਗਿਆ, ਆ ਕੋਵਿਡ-19 ਹੈ, ਰੌਲਾ ਪੈ ਰਿਹਾ, ਦੁਨੀਆ ਰੋ ਰਹੀ ਹੈ, ਲੇਕਿਨ ਕੋਈ ਵਿਰਲਾ ਹੀ ਬੰਦਾ ਹੈ ਜਿਹੜਾ ਕਹਿੰਦਾ ਕੋਈ ਗੱਲ ਨਹੀਂ, ਘਾਟੇ ਵਾਧੇ ਤਾਂ ਹੁੰਦੇ ਰਹਿੰਦੇ ਆ, ਮਾਲਕ ਦੀ ਯਾਦ 'ਚ ਜੁੜੇ ਆ, ਇਹ ਸਾਨੂੰ ਸਮਾਂ ਮਿਲ ਗਿਆ। ਜੇ ਲਾਭ ਉਠਾਉਣਾ ਤਾਂ ਸਮਾਂ ਮਿਲ ਗਿਆ, ਜੇ ਨਹੀਂ ਉਠਾਉਣਾ ਤਾਂ ਰੋਂਦੇ ਰਹੋ, ਕਾਰੋਬਾਰ ਠੱਪ ਹੋ ਜਾਣਗੇ। ਅਰੇ ਬੱਚਿਆਂ ਨੂੰ ਪਾਲਣ ਵਾਲਾ ਉਹ ਬੈਠਾ ਹੈ, ਤੁਸੀਂ ਨਮਕ ਧਰ ਕੇ ਰੋਟੀ ਖਾਣ ਲੱਗ ਜਾਓ, ਤੁਹਾਨੂੰ ਆਦਤ ਪੈ ਜਾਏਗੀ ਨਮਕ ਵਾਲੀ ਰੋਟੀ ਖਾਣ ਦੀ, ਬੜੀ ਸਵਾਦ ਲੱਗੇਗੀ, ਉਹਦੇ 'ਚੋਂ ਮਿਠਾਸ ਆਏਗੀ। ਜੇ ਬਹੁਤ ਪਦਾਰਥ ਤੁਹਾਡੀ ਥਾਲੀ ਦੇ ਵਿੱਚ ਪਏ ਨੇ, ਤੁਹਾਨੂੰ ਕਿਸੇ ਦਾ ਸਵਾਦ ਵੀ ਨਹੀਂ ਆਉਣਾ, ਕਿਹੜਾ ਬਹੁਤ ਵਧੀਆ ਤੇ ਕਿਹੜਾ ਘਟੀਆ ਹੈ। ਇੱਕ ਨਾਟਕ ਹੈ, ਸੰਸਾਰ ਡਰਾਮੇਬਾਜ਼ੀ ਹੈ, ਹੋਰ ਕੁਛ ਨਹੀਂ। ਜੇ ਮਾਲਕ ਨੂੰ ਯਾਦ ਕਰਨਾ ਹੈ, ਇਹਨਾਂ ਗੱਲਾਂ ਤੋਂ ਪਰੇ ਹੋ ਜਾ। ਇਹ ਗੱਜ ਤੋਂ ਸਿੱਖਿਆ ਲੈ ਲੈ ਕਿ ਅਖੀਰਲੇ ਸਮੇਂ ਆ ਕੇ ਉਹਨੇ ਯਾਦ ਕੀਤਾ। ਯਾਦ ਤਾਂ ਤੂੰ ਵੀ ਕਰੇਂਗਾ, ਪਰ ਪਤਾ ਨਹੀਂ ਤੈਨੂੰ ਉਦੋਂ ਅਖੀਰਲਾ ਸਮਾਂ ਤੈਨੂੰ ਸਮਝ ਆਵੇ ਕਿ ਨਾ ਆਵੇ ਕਿ ਇਹ ਮੇਰਾ ਅਖੀਰਲਾ ਵਕਤ ਹੈ। ਕਈ ਸਵਾਲ ਕਰਦੇ ਨੇ ਮਹਾਤਮਾ ਕੋਲ ਜਾ ਕੇ, ਸੱਚੇ ਪਾਤਸ਼ਾਹ ਅਖੀਰਲੇ ਸਮੇਂ ਦਾ ਪਤਾ ਕਿਵੇਂ ਲੱਗੇਗਾ ਵੀ ਕਿਵੇਂ ਕਦੋਂ ਅਖੀਰਲਾ ਵਕਤ ਆ ਗਿਆ ਤੇ ਉਹਨੂੰ ਮੈਂ ਯਾਦ ਕਰਨਾ। ਕਹਿੰਦੇ ਵੀ ਜਦੋਂ ਪਤਾ ਹੀ ਨਹੀਂ ਲੱਗਣਾ ਅਖੀਰਲੇ ਵਕਤ ਦਾ, ਸਾਨੂੰ ਪਤਾ ਲੱਗਣਾ ਹੀ ਨਹੀਂ, ਫਿਰ ਤੂੰ ਹਰ ਸਵਾਸ ਜਿਹੜਾ ਉਹਨੂੰ ਅਖੀਰਲਾ ਸਮਝ ਕਿ ਆ ਜਿਹੜਾ ਸਵਾਸ ਆ ਰਿਹਾ ਇਹ ਅਖੀਰਲਾ ਹੀ ਹੈ, ਇਹ ਤੋਂ ਬਾਅਦ ਖਰੇ ਆਉਣਾ ਕਿ ਨਹੀਂ ਆਉਣਾ, ਉਸ ਸਵਾਸ ਨੂੰ ਅਖੀਰਲਾ ਸਮਝ। ਫਿਰ ਤੇਰਾ ਆਪਣੇ ਆਪ ਹੀ ਅੰਤ ਸਮਾਂ ਜਿਹੜਾ ਹੈ ਮਾਲਕ ਨਾਲ ਜੁੜ ਜਾਏਗਾ। ਗੱਲ ਇੰਨੀ ਹੈ, ਅਸੀਂ ਸਮਝਦੇ ਨਹੀਂ, ਰੌਲਾ ਸਮਝਦਾ ਹੈ। ਸੋ ਹਰ ਸਵਾਸ ਜਿਹੜਾ ਨਿਕਲ ਗਿਆ ਬਾਹਰ, ਮੁੜ ਕੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਆ ਗਿਆ ਤਾਂ ਜ਼ਿੰਦਾ ਹਾਂ, ਨਹੀਂ ਆਇਆ ਤਾਂ ਗਿਆ। ਇਹੀ ਸਾਡਾ ਪਾਸਟ ਹੈ। ਹਰ ਸਵਾਸ ਪਾਸਟ ਵਿੱਚ ਬਦਲ ਰਿਹਾ, ਹਰ ਸਵਾਸ ਭੂਤਕਾਲ ਵਿੱਚ ਵਰਤ ਰਿਹਾ। ਜਿਹੜਾ ਨਵਾਂ ਆ ਰਿਹਾ ਸਾਡੇ ਅੰਦਰ ਟਿਕਿਆ ਹੋਇਆ ਉਹ ਵਰਤਮਾਨ ਹੈ, ਉਹ ਵਰਤਮਾਨ ਹੈ। ਇੱਕ ਪਲ ਦੇ ਵਿੱਚ ਉਹਨੇ ਨਿਕਲ ਜਾਣਾ, ਉਹ ਭੂਤਕਾਲ ਬਣ ਗਿਆ, ਅਗਲਾ ਆ ਗਿਆ, ਉਹ ਭਵਿੱਖ ਹੈ। ਨਾ ਕਿਸੇ ਨੇ ਭਵਿੱਖ ਨੂੰ ਜਾਣਿਆ ਹੈ, ਨਾ ਕਿਸੇ ਨੇ ਪਾਸਟ ਨੂੰ ਜਾਣਿਆ ਹੈ, ਸਿਰਫ ਵਰਤਮਾਨ ਦਾ ਪਤਾ ਹੈ ਜਿਹੜਾ ਅੰਦਰ ਟਿਕਿਆ ਹੋਇਆ ਹੈ। ਉਹ ਕਹਿੰਦਾ ਉਹਦੇ 'ਚ ਤੂੰ ਯਾਦ ਕਰ ਲੈ, ਬਸ ਤੇਰਾ ਬੇੜਾ ਪਾਰ ਹੋ ਜਾਏਗਾ। ਉਹਨੂੰ ਨਾ ਖੁੰਝਾ ਲਈ ਕਿਤੇ,
ਸੋ ਇਸ ਕਰਕੇ ਅਸੀਂ ਬਾਲ ਬੱਚੇ ਦੀ ਪਰਵਰਿਸ਼ ਦੇ ਵਾਸਤੇ ਨਾ ਫਸੇ ਰਹੀਏ। ਉਹ ਤਾਂ ਹੋ ਹੀ ਜਾਣੀ ਹੈ, ਉਹ ਤਾਂ ਸਾਰੇ ਜੀਵ ਜੰਤੂ ਕਰੀ ਜਾਂਦੇ ਆ, ਤੂੰ ਕੋਈ ਵੱਖਰਾ ਨਹੀਂ ਕਰ ਰਿਹਾ। ਬਲਕਿ ਮੈਂ ਤਾਂ ਇੱਥੋਂ ਤੱਕ ਕਈ ਵਾਰੀ ਸੋਚਦੀ ਹਾਂ ਕਿ ਅਸੀਂ ਬਹੁਤ ਵੱਡੀ ਉਮਰ ਤੱਕ ਨਿਆਣਿਆਂ ਨਾਲ ਜੁੜੇ ਰਹਿੰਦੇ ਹਾਂ, ਆਪਣੇ ਬੱਚਿਆਂ ਨਾਲ ਜੁੜੇ ਰਹਿੰਦੇ ਹਾਂ। ਚਿੜੀਆਂ ਜਨੌਰ ਜਿਹੜੇ ਨੇ ਜਦੋਂ ਉਡਾਰ ਹੋ ਜਾਂਦੇ ਆ ਪੰਛੀ, ਉਹ ਆਪਣਾ ਚੋਗਾ ਚੁਗਦੇ ਆ, ਉਹ ਆਪਣਾ ਚੁਗਦੇ ਆ, ਕੋਈ ਕਿਸੇ ਨਾਲ ਮਮਤਾ ਨਹੀਂ ਕਰਦਾ, ਕੋਈ ਕੁਛ ਨਹੀਂ ਹੁੰਦਾ। ਇਹ ਇਨਸਾਨ ਹੀ ਹੈ ਜਿਹੜਾ ਬੱਚਿਆਂ ਦੇ ਨਾਲ ਜ਼ਿਆਦਾ ਜੁੜਦਾ ਹੈ ਜੀ। महिमा नाम कहाँ लो बरनो, राम कहत बंधन एह टूटा। ਕਹਿੰਦੇ ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਕਹਿੰਦੇ ਫਿਰ ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਵਰਣਨ ਕਰਾਂ, ਕਿੰਨੀ ਕੁ ਵਰਣਨ ਕਰਾਂ। ਸਾਤ ਸਮੁੰਦ ਕੀ ਮਸ ਕਰੂੰ, ਲੇਖਨ ਸਭ ਬਨ ਰਾਈ, ਸਭ ਧਰਤੀ ਕਾਗਜ਼ ਕਰੂੰ, ਹਰੀ ਗੁਣ ਲਿਖਾ ਨਾ ਜਾਈ। ਉਹਦੇ ਨਾਮ ਦਾ ਗੁਣ ਤਾਂ ਲਿਖਿਆ ਹੀ ਨਹੀਂ ਜਾ ਸਕਦਾ। ਸੱਤ ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਵਾਂ, ਬਨ ਰਾਏ ਦੀਆਂ ਕਲਮਾਂ ਬਣਾ ਲਵਾਂ, ਸਾਰੇ ਬਨਾਂ ਦੀਆਂ ਕਲਮਾਂ ਬਣਾ ਲਵਾਂ, ਉਹਦਾ ਨਾਮ ਲਿਖਿਆ ਨਹੀਂ ਜਾ ਸਕਦਾ, ਉਹਦਾ ਗੁਣਗਾਨ ਕੀਤਾ ਨਹੀਂ ਜਾ ਸਕਦਾ। ਫਿਰ ਕਹਿੰਦੇ ਰਾਮ ਕਹਿਤ ਬੰਧਨ ਤੇ ਟੂਟਾ, ਉਹਨੇ ਰਾਮ ਕਿਹਾ ਨਹੀਂ, ਬੰਧਨ ਤੋਂ ਟੁੱਟ ਗਿਆ। ਅਸੀਂ ਅਕਸਰ ਇੱਕ ਕਥਾ ਸੁਣਾਇਆ ਕਰਦੀਆਂ ਮੈਂ ਸਤਸੰਗ ਦੇ ਵਿੱਚ। ਕਬੀਰ ਸਾਹਿਬ ਬਾਹਰ ਗਏ ਹੋਏ ਸਨ, ਛੋਟੀ ਜੀ ਕਰਕੇ ਸੁਣਾਵਾਂਗੀ, ਲੰਬੀ ਨਹੀਂ ਕਰਾਂਗੇ। ਤੇ ਇੱਕ ਵਿਅਕਤੀ ਕੋੜ ਦੇ ਨਾਲ ਗ੍ਰਸਤ ਸੀਗਾ, ਕੋੜੀ ਸੀਗਾ। ਉਹਨੇ ਸੁਣਿਆ ਕਿ ਕਬੀਰ ਸਾਹਿਬ ਜਿਹੜੇ ਨੇ ਉਹਨਾਂ ਕੋਲ ਜੋ ਨਾਮ ਹੈ ਉਹ ਬੜਾ ਤਕੜਾ ਹੈ, ਮੇਰਾ ਕੋੜ ਦੂਰ ਹੋ ਜਾਏਗਾ। ਉਹ ਕਬੀਰ ਸਾਹਿਬ ਦੇ ਘਰ ਆ ਗਏ। ਕਬੀਰ ਸਾਹਿਬ ਘਰ ਨਹੀਂ ਸੀ, ਮਾਤਾ ਲੋਈ ਘਰ ਸਨ। ਉਹ ਕਹਿੰਦੇ ਮਾਤਾ ਮੈਂ ਤਾਂ ਕਬੀਰ ਸਾਹਿਬ ਨੂੰ ਮਿਲਣਾ ਸੀ। ਕਹਿੰਦੀ ਉਹ ਬਾਹਰ ਗਏ ਹੋਏ ਆ, ਕੰਮ ਦੱਸੋ। ਉਹ ਕਹਿੰਦੇ ਮੈਨੂੰ ਤਾਂ ਸਰੀਰ ਸਾਰੇ ਕੋੜ ਹੈ, ਮੈਂ ਦਰਦ ਨਾਲ ਕਰਾ ਰਿਹਾ, ਸਾਰੀ ਸਾਰੀ ਰਾਤ ਮੈਂ ਸੌਂਦਾ ਨਹੀਂ, ਮੈਨੂੰ ਕੋਈ ਦਵਾਈ ਦੱਸੋ, ਇਲਾਜ ਦੱਸੋ। ਤੇ ਉਹਨੂੰ ਬੜਾ ਤਰਸ ਆਇਆ। ਉਹਨੇ ਬਿਠਾਇਆ, ਉਹਨੂੰ 3 ਵਾਰ ਰਾਮ ਰਾਮ ਕਹਾਇਆ। ਹੁਣ ਇਤਿਹਾਸ ਦੱਸਦਾ ਹੈ, ਇਹਨੂੰ ਕਰਾਮਾਤ ਕਹੋ, ਜੋ ਵੀ ਕਹੋ, ਇਤਿਹਾਸ ਦੱਸਦਾ ਹੈ ਕਿ ਉਹ ਵਿਅਕਤੀ ਦੀ ਦਰਦ ਤਾਂ ਉਸੇ ਵੇਲੇ ਹਟ ਗਈ। ਉਹ 2-3 ਦਿਨਾਂ 'ਚ ਲਗਭਗ ਉਹ ਠੀਕ ਹੋ ਗਿਆ, ਆਪਣੇ ਘਰ ਚਲਾ ਗਿਆ। ਕਬੀਰ ਸਾਹਿਬ ਆਏ, ਉਹਨਾਂ ਨੇ ਆਪਣੀ ਖੱਪਰ ਰੱਖਿਆ, ਕੁਟੀਆ ਰੱਖੀ, ਤੇ ਪੁੱਛਦੇ ਨੇ ਲੋਈ ਨੂੰ ਕੋਈ ਆਇਆ ਤਾਂ ਨਹੀਂ ਸੀ। ਕਹਿੰਦੇ ਇੱਕ ਵਿਅਕਤੀ ਆਇਆ ਸੀ, ਫਲਾਨਾ ਫਲਾਨਾ, ਉਹਨੂੰ ਕੋੜ ਸੀ। ਫੇਰ ਕਹਿੰਦੇ ਬੜੇ ਹੈਰਾਨ ਹੋ ਕੇ, ਕਿ ਉਹਨਾਂ ਨੂੰ ਪਤਾ ਸੀ ਦਿਆਲੂ ਇਹ ਵੀ ਬਹੁਤ ਹੈ। ਕਹਿੰਦੇ ਫੇਰ ਕਹਿੰਦੀ ਮੈਂ 3 ਵਾਰੀ ਰਾਮ ਕਹਾਤਾ ਤੇ ਰਾਜੀ ਖੁਸ਼ੀ ਘਰ ਚਲਾ ਗਿਆ ਉਹ ਆਪਦੇ। ਤੇ ਕਬੀਰ ਸਾਹਿਬ ਨੇ ਪਿੱਠ ਭੁਆ ਲਈ ਉਹਦੇ ਵੱਲ, ਪਿੱਠ ਮੋੜ ਲਈ। ਉਹ ਕਹਿੰਦੇ ਤੂੰ ਮੈਨੂੰ ਬੁਲਾਈ ਨਾ, ਤੇਰੇ ਮੇਰਾ ਕੋਈ ਨਾਤਾ ਨਹੀਂ। ਬਹੁਤ ਗੁੱਸੇ ਹੋਏ। ਉਹ ਕਹਿੰਦੀ ਮਹਾਰਾਜ ਮੈਂ ਤਾਂ ਉਪਕਾਰ ਕੀਤਾ ਹੈ। ਕਹਿੰਦੇ ਮੇਰੇ ਰਾਮ ਨੂੰ ਇੰਨਾ ਸਸਤਾ ਜਾਣ ਲਿਆ, 3 ਵਾਰ ਕਹਾਉਣਾ ਪਿਆ। 1 ਵਾਰ ਰਾਮ ਕਹਾ ਕੇ ਤੇਰਾ ਖਲਾਸੀ ਨਹੀਂ ਹੁੰਦੀ ਸੀ ਉਹਦੀ। 1 ਵਾਰ ਰਾਮ ਕਿਹਾ ਬਹੁਤ ਸੀ, ਤੂੰ 3 ਵਾਰ ਕਹਾਇਆ। ਇਹ ਰਾਮ ਏਡਾ ਸਸਤਾ ਨਹੀਂ। ਕਹਿੰਦੀ ਹੇ ਪਤੀ ਦੇਵ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਪਹਿਲਾਂ ਤਾਂ ਮੈਂ ਉਹਨੂੰ ਰਾਮ ਤਾਂ ਕਹਾਇਆ ਕਿ ਜਿਹੜੇ ਪਿਛਲੇ ਕਰਮਾਂ ਦੇ ਪਾਪ ਸਨ ਉਹ ਕੱਟੇ ਜਾਣ। ਫਿਰ ਦੂਜੀ ਵਾਰੀ ਰਾਮ ਕਹਾਇਆ ਕਿ ਉਹਦਾ ਇਸ ਜਨਮ ਦਾ ਜਿਹੜਾ ਦੁੱਖ ਹੈ ਉਹ ਦੂਰ ਹੋ ਜਾਵੇ। ਤੀਜੀ ਵਾਰੀ ਰਾਮ ਕਹਾਇਆ ਕਿ ਫਿਰ ਸਦਾ ਲਈ ਮੁਕਤ ਹੋ ਜਾਵੇ। ਜਦੋਂ ਉਹਨੇ ਇਸ ਤਰ੍ਹਾਂ ਦਾ ਡਿਟੇਲ ਸਮਝਾਈ, ਕਬੀਰ ਸਾਹਿਬ ਚੁੱਪ ਕਰ ਗਏ। ਉਹਨਾਂ ਨੇ ਦੱਸਿਆ ਕਿ ਰਾਮ ਦਾ ਨਾਂ ਤਾਂ 1 ਵਾਰ ਕਿਹਾ ਬਹੁਤ ਹੈ ਜੇ ਦਿਲੋਂ ਲਿਆ ਜਾਵੇ। ਉਹਨੂੰ ਇਸ ਤਰ੍ਹਾਂ ਨਹੀਂ ਕਿ ਕਿਸੇ ਨੂੰ ਦਵਾਈ ਦੇਣੀ ਹੈ, 3 ਪੁੜੀਆਂ ਤੋਂ ਘੱਟ ਗੱਲ ਬਣਦੀ ਨਹੀਂ, 1 ਨਾਲ ਵੀ ਰਾਮ ਆ ਜਾਂਦਾ। ਸੋ ਗੱਲ ਉਹਨਾਂ ਦੀ ਸਮਝਾਉਣ ਦੀ ਸੀ ਕਿ ਰਾਮ ਦੇ ਨਾਮ ਦੀ ਮਹਿਮਾ ਜਿਹੜੀ ਹੈ ਉਹ ਇੰਨੀ ਉੱਚੀ ਹੈ। ਤੇ ਜੇ ਸਾਰਾ ਦਿਨ ਅਸੀਂ ਰੱਬ ਦਾ ਨਾਮ ਲਵਾਂਗੇ, ਜੇ ਕਿਤੇ ਸਾਰਾ ਦਿਨ ਉਹਦਾ ਸਿਮਰਨ ਕਰਾਂਗੇ, ਕਿਹੜਾ ਦੁੱਖ ਤੇ ਕਿਹੜਾ ਦਲਿੱਦਰ ਆ ਜਾਏਗਾ। ਧਿਆਨ ਜੋ ਉੱਧਰ ਲੱਗਿਆ ਹੋਇਆ, ਸਾਰੇ ਦੁੱਖ ਦਲਿੱਦਰ, ਸਾਰੀਆਂ ਬਿਮਾਰੀਆਂ, ਸਾਰਾ ਕੁਛ ਜੋ ਨੈਗੇਟਿਵ ਹੈ ਉਹ ਸਿਰਫ ਧਿਆਨ ਤੋਂ ਬਗੈਰ ਹੈ। ਜਦੋਂ ਧਿਆਨ ਮਾਲਕ ਵੱਲ ਜੁੜ ਜਾਏਗਾ ਉਦੋਂ ਸਾਡਾ ਦਲਿੱਦਰ ਜਿਹੜਾ ਹੈ ਉਹ ਵੀ ਘਟ ਜਾਏਗਾ, ਮਾਲਕ ਦੇ ਨਾਲ ਜੁੜ ਜਾਵਾਂਗੇ ਜੀ। अजामल पापी जग जाने, निमख माहे निस्तारा। ਹੁਣ ਹੋਰ ਉਦਾਹਰਨ ਲੈਂਦੇ ਨੇ ਨੌਵੇਂ ਪਾਤਸ਼ਾਹ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਉਹਦਾ ਵੀ ਨਿਸਤਾਰਾ 1 क्षण ਦੇ ਵਿੱਚ ਹੋ ਗਿਆ। ਉਹ ਇੰਨਾ ਪਾਪੀ ਸੀ, ਕਹਿੰਦੇ ਬਹੁਤਾ ਮੈਨੂੰ ਦੱਸਣ ਦੀ ਲੋੜ ਨਹੀਂ, ਸਾਰਾ ਸੰਸਾਰ ਜਾਣਦਾ ਹੈ।
पर थोड़ा जिहा जरूर दसांगे क्योंकि अज शब्द जी विच आ रहा है। अजामल पापी, अजामल एक राज पंडित का बेटा सी, उहदा बाप राजे का पंडित सी, कथा करदा सी राज दरबार दे विच, राजा नित्ता प्रति उहदी कथा सुनदा सी, बहुत विश्वास सी। उन्हें एक कथा रखी हुई सी जिहदा भोग महीने सवा महीने बाद पैना सी। सो इस तरह उहदे घर अजामल का जन्म होया। अजामल बहुत ही सोहना बच्चा सी क्योंकि एक तो बाप राज पंडित सीगा, कथा वार्ता करदा सी, एक वो आप बहुत सोहना सी। सो वो बहुत ही सोहना सी। जो 5-7 सालों का होया उन्हें किसी पंडित दे कोल उसनूं पढ़न वास्ते, किसी विद्वान कोल पढ़न वास्ते भेज दिता कि भी जा इनू साडे बच्चे नूं पढ़ाई कराउणी है, किवें ना किवें वधिया पढ़ाई कराउणी है। वो बच्चा 5-6 साल का जिवें उन्होंने पहलां छड्डन जान लग गए, फिर उन्होंने राह दसता कि इसे राह जाना है। वो कहंदा ठीक है। जदों 14-15 साल का होया उहदे बहुत नूर आ गया, चेहरे ते बड़ा ही नूर आ गया, बड़ा ही सुंदर स्वरूप उहदा बन गया। तो पंडित ने सोचा कि हुण इहनूं समझ भी आ गई थोड़ी जी दुनिया की, किते अजिहा ना होवे ये शहर के माड़े बंदियां 'च फस जावे। तो वो कहन लगे गुरुदेव उहदे, कहंदे भी अजामल तू शहर दे विच दी होके नहीं आउणा, शहर दे बाहरों बाहर घर चले जाया कर। उन्हें सवाल नहीं किया, वो कहंदा ठीक है सत बचन गुरुदेव। वो शहर दे बाहर बाहर होके आया करे तो बार बार ही पढ़न आ जा करे। बड़ा इंटैलीजेंट सी पढ़न दे विच, बहुत ही थोड़े समय दे विच बड़ी उच्च विद्या उन्हें हासिल कर ली। लेकिन एक दिन उहदे मन च ख्याल आया, जवानी है, कि मैनू पंडित जी ने मेरे गुरुदेव ने क्यों रोकया, शहर दे विच इहो जिहा की है जिहड़ा मैनू तंग करेगा। उहदे मन च ख्याल आया, मन दे मगर लग गया। जदों मन दे मगर लग गया, हुण असीं कंडियां दीयां झाड़ियां चों लंघांगे तो कंडे तो सानू तंग करनगे, सानू दुखी करनगे। जदों लंघिया शहर दे विच दी तां उत्थे फिर उही पाप दा बाजार जिहड़ा है वो पूरा जोरा शोरा ते सी। वेसवा एक बाहर सी, उहने वेख्या उहदा सुंदर स्वरूप, उहनूं बुला लिया। वो बहुत ही उहदे ते मोहित हो गई, उहदे नाल थोड़ा बहुत उहनूं खुआउण पिआउण लगी, उहदा झुकाव उधर वध गया ते उहदे नाल मंदे विचार जिहड़े सन उहने साझे कीते ते फिर उहनूं अपनी पत्नी तक बना लिया कि मेरी पत्नी है। तो गुरुदेव उहदे समझ गए कि काम गलत हो गया, ये किते होर पासे जान लग गया, ये गल ठीक नहीं, क्योंकि पढ़ाई उखड़ गई, पढ़ाई चों ध्यान हट गया। वो समझ गया कि तू हुण सीधा जांदा नहीं। उन्हें उसके पिता जी नूं समझाया बुला के कि बच्चे नूं समझाउणा है, पर बच्चा विगड़ चुकिया सी, समझा नहीं। उहदे बाप ने एक यतन किया छोटा जा कि इहदी शादी कर दित्ती जावे। उन्हें किसी वधिया राजकुमारी दे नाल उहदा विआह कर दिता, लेकिन उहदा उत्थे ही मन जुड़िया होया सी। उहनूं उहने बुलाया तक नहीं, उत्थे वेसवा कोल ही जाया करे ते आ जा कर। अखीर की होया कि वो इन्ना तंगी तुरशी च आ गया, कमाई का कोई साधन नहीं सीगा, ते वो अपनी जिहड़ी वेसवा सी उहनूं लैके शहरों बाहर निकल गया। उत्थे जाके चिड़ियाँ मार मार के उन्हें भुन भुन के खाणियां शुरू कर दित्तियां। चिड़ियाँ मारनियां, भुननियां, खा लैनियां, कोई है ही नहीं सी कुछ खाण वास्ते। हुण वो किन्ना पाप च पाप होर वध गया। एक दिन एक महात्मा आए तो उन्हें सोचा कि महात्मा जिहड़े ने इन्हां नूं अपने जो मैं खाना उहदे चों कुछ ना कुछ दक्षिणा इन्हां नूं देवां। वो महात्मा नूं मरियां होईयां चिड़ियां दे दित्तियां, जो आप खांदा सी उही देना सी, भुन के दे दित्तियां जो भी। हुण महात्मा ने नहीं सोचा कि बड़ा पाप है, उन्होंने सोचा कि इहदे मन च कुछ देन की इच्छा आई है। वो थोड़ा जिहा द्रवित हो गए तो उन्हें अजामल ने कहा, हे गुरुदेव, हे महात्मा, मेरा जीवन बड़ा नरक भरिया है, मैं किवें बच सकदा हाँ, मैं इस नरक तो किवें दूर हो सकदा हाँ। तो महात्मा कहन लगे, एक गल है, तेरे कई तो बच्चे पहला भी हैगे ने, लेकिन एक बच्चा तेरे घर होर हो रहा, जन्म लेगा, उस बच्चे का नाम नारायण रख दे, तू पार हो सकदा। कहंदे किद्दां? कहंदे तू छोटा होएगा, छोटा होने करके तेरा प्यार भी उहदे नाल होएगा, तू जदों भी उहनूं प्यार नाल बुलाउणा है, प्रेम नाल बुलाउणा है ते नारायण कह के उहदा आवाज़ लगाउणी है। वो इन्ना खचित हो गया उहदे प्यार च, इन्ना रुझ गया, उहदा जन्म होया बच्चे का, उहनूं नारायण नारायण दी रट सारा दिन लाउण लग गया। अखीर की होया, जदों अंत समा आया, यमदूत आ गए।
ਪਾਪ ਤਾਂ ਕੀਤੇ ਹੀ ਕੀਤੇ ਆ, ਪੁੰਨ ਤਾਂ ਕੀਤਾ ਹੀ ਕੋਈ ਨਹੀਂ ਉਹਨੇ। तो यमदूत आगे लैन वास्ते, लेकिन मरन लग्या ਉਹਦੀ ਜ਼ਬਾਨ ਚੋਂ ਨਿਕਲਿਆ नारायण, मतलब ਉਹਨੂੰ बुला रहा सी कि मैनू मिल आके, नारायण हे नारायण। उस वेले जो देवगण सन वो भी आ गए। वो यमदूत हैरान होंगे ने भी ये बंदा साडा है, ये पापी है, महापापी है, इनू असीं लैके जाना है। लेकिन देवगण कहते नहीं, इन्हें अंत समय परमेश्वर नू याद किया है, ये बंदा साडा है, इनू असीं लैके जावांगे। तो धर्मराज ने उन्हां यमदूतां नू कहा कि जिथे जहाँ साधु गोबिंद भजन कीर्तन नानक नीत, कहने है यमदूतो जहाँ साधु, जिथे साधु आ गया गोबिंद भजन हो गया, जहाँ साधु गोबिंद भजन कीर्तन नानक नीत, ना हो मैंने ना मैं छुटना, ना हो ना तू छुटना। यमदूतां नूं कहंदे, धर्मराज कहंदे मैं भी फस जाना, तू भी फस जाना, क्योंकि वह अकाल पुरख का जीव बन चुका है। ना हो ना तू ना छुटे, निकट ना जायो दूत। हे यमदूतो देखियो किते गलती ना कर जायो, उहदे नेड़े ना चले जायो, क्योंकि तुसी छुटना नहीं, तुसी फस जाओगे। वो लास्ट अंत समय वो परमेश्वर दे नाल जुड़िया होया है। गुरु महाराज ने बड़ा सुंदर लिखा है भगत तरलोचन जी ने, अंत काल जो लक्ष्मी सिमरै, जिहड़ा माया का सिमरन करता है, ऐसी चिंता मह जे मरै। जिहड़ा ऐसे चिंतन दे विच मर जाता है, तो जिहड़ा सर्प योन वल वल औतर है। री बाई गोबिंद नाम मत बिसर, रब का नाम ना विसर, क्योंकि जिहड़ा अंत समय मालिक नू याद करेगा वो मालिक दे विच ही समा जाएगा, वो मालिक तो दूर नहीं होएगा। जैसी तेरी सोच होएगी अंत समय, वैसा ही तेनू जीवन जो है वो तैयार पिया मिल जाएगा, लैन देन उहदे नाल हो जाएगा। हुण गल तो सोच दी है। अजमल पापी जग जाने, अजमल पापी नू सारा संसार जानदा है, निमख माह निस्तारा। एक क्षण दे विच उहनू बबान आ गए, उहदा बेड़ा पार हो गया, उहदा कोई कर्मां दा शरीक नहीं बन सकता, क्योंकि अंत समय उन्हें मालिक नू याद किया। किन्ने साधु ने उपकार किया एक पापी दे उत्ते। साधु का सुभाव है उपकार करना, साधु का सुभाव है दया करनी, वो किसी नू भी डुबदा वेख नहीं सकता। एक अक्सर कथा क्या करते हैं बजुर्गों ने मुखारबिन तो सुनी हुई है कि एक साधु गंगा इशनान करन गए, गंगा दे विच एक पीला भूण जिहड़ा वो गंगा दे विच जा रहा सी, उन्हें आख्या डुब जाएगा, इनू बाहर कढ़ देवां। साधु है, दयालु है, वो जो भूंड नू बाहर कढ़न लगे, भूंड उहदे हत्थ ते डंग मार लिया करे, उहदे हत्थ ते उस वेले डंक मारिया करे, वो फिर उहदा हत्थ चों छुट जा करे, क्योंकि वो डंक मारे उहदे हत्थों निकल जा करे, फिर उस चंबड़ जाया करे, मैं उहनूं बचाउणा ही बचाउणा, फिर वो डंक मारिया करे। 2-3-4 बार ऐसा होया। सो एक व्यक्ति कोल खड़ा सी, वो कहन लग्या, हे महात्मा जी ये तुहानूं बार बार डंक मारी जाता है, तुसीं बार बार इनू बाहर कड्ढी जाते हो, छड्डो परे, मरदा तो मरन दो, तुसीं क्यों अपने जहर जिहड़ा बॉडी च पा रहे हो। वो कहन लग्या, बई सज्जना जे ये आपदी आदत नहीं छड्डदा, मैं आपदी आदत किवें छड्ड दियां। मेरा कर्म है दयालता बरसाउणी, दयालु होना, मैं तो हर जीव के उत्ते दया वरसाउणी है। ये अपनी आदत नहीं छड्डदा डंग मारन वाली, मैं आपदी दया वाली किवें छड्ड दियां। सो ये है साधु का सुभाव, जिन्हें अजामल वर्गियां नूं भी तार दिता जी। नानक कहत चेत चिंता मन, तै पी उतरह पारा। सो 9वें पातशाह 9वें नानक फरमा रहे ने, नानक कहत चेत चिंता मन, है मन तू उस उदा चिंतन कर, उस परमेश्वर दा जिहदी इन्नी सिफत की है कि उहदे नाल गणका भी तर गई, उहदा सिमरन करके थ्रू वो भी अटल पदवी नूं चला गया, गज का भी उद्धार हो गया। सो इस तरह तू भी जे किते उहदा सिमरन करेगा, तैं भी उतरे पारा, तू भी पार उतर जाएगा, तू भवसागर च डोले नहीं खाएगा। अज सानू फिक्र की है कि अखां बंद होणगियां, पता नहीं किहड़े भवसागर दे विच असीं डिक डोले खाने है तो इवें सानू पता नहीं।
सानू पता नहीं। मोते दा बन्ना फरीद जी लिखते ने, फरीदा मोते दा बन्ना इवें दिसै ज्यों दरिया वै ढाह, अगे दोजक तपिया सुनिए हूल पवै कहा। कई कहते फरीद जी तो डरा देंदे आ, सच्ची गल कही है। मोते दा बन्ना इवें दिसै ज्यों दरिया वै ढाह, दरिया का कंढा जिहड़ा बार बार पानी वजदा है, कंढा ढहदा तुरया जा रहा है। कहते परले बन्ने ओहदा मौत का बन्ना है, इउं दिसदा है जिवें दरिया का कंढा ढह रहा ना, इवें साडा जीवन खत्म हो रहा है। ज्यों दरिया वै ढाह, अगे दोजक तपिया सुनिया। कहते मैं अपने कन्नां नाल साधु संतां तो महात्मा तो कथा वार्ता च सुनिया है कि अगे नरक जिहड़ा है वो तप रहा है, उहदी अग्नि जिहड़ी है वो जल रही है। बड़े तसीहे दिते जाने इस बंदे नूं, बड़े दुख झलने पैने इस बंदे नूं। अगे दोजक तपिया सुनिए हूल पवे कहा, चीख पुकार हो रही है, त्राहे माम हो रही है। कहते कदे जाके तो वेख। गल तो यही कि संत महात्मा जिउंदे जी जाते ने, वो वेखते ने। राजा जनक लंघिया सी, जदों उन्हें वेख्या कि नरकां दे जीव ये तो कुंभी नरक दे जीव बने हुए ने, तो चीख चिहाड़ा पिया, तो उन्होंने पुछया भी ये क्यों कुरला रहे? कहते पाप बड़े कीते आ। कहते फिर किवें तर सकते आ? कहते कोई पुण्य आत्मा आए अपना पुण्य इन्हों दे तो इन्हों का पार उतारा हो सकता है। तो राजे जनक ने कहते उस कुंभी नरक दे विच अपना अंगूठा डबोया सी ते वो जीवन का उद्धार कर दिता सी। यह है साधु की दयालता, यह है साधु का मन दे विच जो आया कल्याण की बिरती है वो है। लेकिन असी ना तो साधु का संग लभदे हाँ, ना सानू कथा वार्ता ही चंगी लगती है, सानू तो सिर्फ दुनिया के काम चंगे लगते हैं। क्योंकि ये मात लोक दे विच आके भी असी ठीक है इत्थों के विधान नू जरूर अपनाया होया, जे इत्थों का विधान ना अपनावांगे साडा मात लोक दे विच रहना औखा हो जाएगा। पर इन्ना भी नहीं, कोई गल ऐस कन्न चों पा के इधरों कढ़ भी देईदी है। सारा दिन उहदे नाल जुड़े रहो तो अपना विधान भुल जावांगे। जदों अपने देश जावांगे असीं भुल जाना कि उत्थे गड्डी किवें चलदी सी। जे असीं अपने देश चों बाहर गए हाँ, वो विधान अपना लिया, जदों वापस आवांगे जे बिल्कुल ही उन्हां दे बन गए, फिर सानू इत्थों दे विधान नू दोबारा सोचना पएगा, विचार करना पएगा कि इत्थे गड्डियां किवें चलदियां सी। हुण मैं तो भुल ही गया, सारा कुछ ही भुल गया। फिर सानू इत्थे आ के आउणा वापस उत्थे ही है, आउणा अपने देश ही है। ये तो सैर सपाटा करन आए हुए हैं, एवें डॉलर कमाउण आए हैं। कई डॉलर कमाउण आए हैं, कई माया पैसा धन कमाउण आए हैं, कई महाराज दा नां कमाउण आए हैं, कई उस कमाई च लगे हुए हैं। अपनी अपनी बिरती है। सो अपनी बिरती नू कंट्रोल च रखो, अपनी बिरती नू रखिए, रखो नहीं मैं भी नाल ही हाँ कि आप अपनी बिरती नू कंट्रोल च रखिए। इस आसे पासों ध्यान जिहड़ा है उसनू इकट्ठा करिए ताकि साडा अगला जीवन जिहड़ा वो सफल हो जाए, अगला जीवन मालिक दी रज़ा दे विच चंगा निकल जाए, ਉਹਦੇ चरणों 'ਚ बैठ जावांगे, साडा जीवन सुखाला है। किसी मुक्ति की लोड़ नहीं, मुक्ति की लोड़ नहीं। जे लोड़ है तो गुरु चरणों की लोड़ है। जे मेरा सतगुरु बार बार दुनिया का उद्धार करने वास्ते अकाल पुरखों नूं भेजदा है कि अजे भी होर जीवां का उद्धार करना है, जाओ सेंट बना के उन्होंने भेजदा है, तो मैं भी उन्हां दे चरणों 'च ही रवां, ये मेरी कामना है। मैं मुक्ति तो की लैणा? जे मेरा सतगुर आउंदा है, जे मेरे सतगुर ने दुनिया का उद्धार करना है तो मैं उहदे चरणों की सेवा वास्ते नाल ही रवां। मैनू किसी धन पदार्थ की लोड़ नहीं। जिवें जे भरत की कथा पढ़ते हैं, जे रामायण पढ़ते हैं तो उहदे विचों जरूर कुछ सीखो। उन्होंने रामचंद्र ने पूछा सी कि तू की लैना है? धर्म लैना है, अर्थ लैना है, काम लैना है, मोक्ष लैना है, की लैना है? वही तैनूं दे देंगा। तो उन्हें हथ जोड़ दिते सी भरत ने, कहंदे अर्थ न धर्म न काम रुचि, गति न चाहूं निर्वाण, जन्म जन्म रुचि राम पद, यह वरदान नान। जन्म जन्म रुचि राम पद, यह वरदान नान। अर्थ न धर्म न काम रुचि, ना पैसा चाहिए, ना धर्म चाहिए, अर्थ न धर्म न काम रुचि, ना कोई कामना है मैनू मेरे महल वड्डे होण,
मेरे को आ होवे, मेरे को आ होवे ना, गति ना चाहूँ निर्बान, ना मैनू मुक्ति चाहिए है, मुक्ति भी मैं लैनी नहीं। फिर कहते की लेना, जन्म जन्म रुचि राम पद, जद भी तुसी आओगे हे मेरे भैया राम संसार ते, जद भी आओगे तेरे चरणों च ही मेरी प्रीत होवे, ये मेरी कामना है। किड्डी उच्ची सोच है। उन्होंने की लेना, उन्होंने संसार दे सुख नहीं चाहिए, उन्होंने मालिक दे चरणों का प्रेम चाहिए है। सो आओ अज आपां भी संतां दे चरणों च बैठे हाँ। उन्हों का संत बाबा महेंद्र सिंह जी महाराज के जन्मदिन की पूर्व संध्या है। कुछ ना कुछ उन्होंने जीवन चों असी भी इकट्ठा करके अपने हिरदे च वसा लईए, ताकि शायद साढ़े ते भी संत दयालु हो जान ते सानू अपने चरणों का ओट आसरा दे देन। सो कल नू 1 नवंबर है, 1 नवंबर 2020 दिन ऐतवार। सारिया संगतां अगे बेनती है इस तरह ही गुरु दरबार दे विच जुड़ियां रहन। संतां दा जन्मदिन मनावांगे, संतां दे जन्मदिन दी जो कथा वार्ता है सुनावांगे। सो सब नू हथ जोड़ के बेनती है